ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਦੇ ਉੱਤੋਂ ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਅਸੀਂ, ਜਿਹਦੇ ਵਿੱਚ ਆਪਣਾ ਡਾਕਟਰ ਆਪ ਬਣੋ, ਬੀ ਯੋਰ ਓਨ ਡਾਕਟਰ। ਸੀਰੀਜ਼ ਦੇ ਵਿੱਚ ਹੁਣ ਤੱਕ ਅਸੀਂ 7 ਐਪੀਸੋਡ ਸ਼ੂਟ ਕਰ ਚੁੱਕੇ ਹਾਂ, 7 ਵੀਡੀਓਜ਼ ਤੁਹਾਡੇ ਤੱਕ ਪਹੁੰਚਾ ਚੁੱਕੇ ਹਾਂ, ਬੇਸ਼ਕੀਮਤੀ ਜਾਣਕਾਰੀਆਂ ਜਿਹਦੇ ਵਿੱਚ ਇੱਕ ਚੀਜ਼ ਤੁਹਾਡੇ ਤੱਕ ਕਲੀਅਰ ਕੀਤੀ ਗਈ ਹੈ, ਜਿਹਦੇ ਵਿੱਚ ਸ਼ੁਰੂਆਤ ਦੇ ਦੌਰ ਦੇ ਵਿੱਚ ਅਸੀਂ ਇਹ ਕੀਤਾ ਕਿ ਅਕਿਊਟ ਜਿਹੜੀਆਂ ਸਾਨੂੰ ਜਿਹੜੇ ਤੀਬਰ ਰੋਗ ਨੇ ਉਹ ਕਿਉਂ ਹੁੰਦੇ ਨੇ, ਕੀ ਕਾਰਨ ਹੁੰਦੇ ਨੇ, ਉਹਦੇ 'ਚ ਸਾਰਾ ਡਿਟੇਲ ਦਿੱਤੀ ਹੈ। ਉਸ ਤੋਂ ਬਾਅਦ ਅਸੀਂ ਆਏ ਹਾਂ ਕਿ ਜਿਹੜੀਆਂ ਕਰੋਨਿਕ ਡਿਜ਼ੀਜ਼ ਜਿਹੜੀਆਂ ਹੁੰਦੀਆਂ ਨੇ ਉਹ ਕਿਉਂ ਹੋ ਜਾਂਦੀਆਂ ਨੇ, ਉਹਦੇ ਪਿੱਛੇ ਕੀ ਕਾਰਨ ਹੁੰਦੇ ਅਤੇ ਉਹਦੇ ਪ੍ਰਿੰਸੀਪਲਸ ਕੀ ਹੁੰਦੇ ਨੇ। ਇਹਨਾਂ ਨੂੰ ਜਿਹੜੇ ਗੰਭੀਰ ਰੋਗ ਹੁੰਦੇ ਨੇ ਉਹਨਾਂ ਨੂੰ ਕਿਉਰ ਕਰਨ ਦੇ ਪ੍ਰਿੰਸੀਪਲਸ ਕਿਹੜੇ ਹੈਗੇ ਨੇ, ਤਾਂ ਕਿ ਸਾਨੂੰ ਜਦੋਂ ਇਹ ਪਤਾ ਹੋਣਗੇ ਫਿਰ ਅਸੀਂ ਇੱਕ ਬਿਮਾਰੀਆਂ ਨੂੰ ਜਿਹੜਾ ਉਹ ਆਰਾਮ ਨਾਲ ਕਿਉਰ ਕਰਦੇ ਚਲੇ ਜਾਵਾਂਗੇ। ਅੱਜ ਜਿਹੜੀ ਅਸੀਂ ਇੱਕ ਬਿਮਾਰੀ ਤੋਂ ਸ਼ੁਰੂ ਕਰਨ ਜਾ ਰਹੇ ਹਾਂ। ਅਤੇ ਪਹਿਲਾ ਜਿਹੜਾ ਬਿਮਾਰੀ ਆ ਗੰਭੀਰ ਰੋਗਾਂ ਦੇ ਵਿੱਚ ਆ ਜਾਂਦੀਆਂ ਹੈਗੀਆਂ, ਉਹ ਜੋੜਾਂ ਦੇ ਦਰਦ ਆ ਜਾਂਦੇ ਨੇ। ਜੋੜਾਂ ਦੇ ਦਰਦ ਜਿਹੜੇ ਅਜਿਹੇ ਦਰਦ ਨੇ ਕਿ ਸ਼ਾਇਦ ਗਰਮੀਆਂ 'ਚ ਬੰਦਾ ਥੋੜ੍ਹਾ ਬਹੁਤਾ ਝੱਲ ਲੈਂਦਾ ਹੋਵੇ, ਪਰ ਕਿਉਂਕਿ ਸਰਦੀਆਂ ਦਾ ਮੌਸਮ ਹੈ, ਸਰਦੀਆਂ ਦੇ ਵਿੱਚ ਹੋਰਾਂ ਰੋਗਾਂ ਦੇ ਵਾਂਗੂ ਜਿਹੜਾ ਜੋੜਾਂ ਦੇ ਦਰਦ ਬਹੁਤ ਜ਼ਿਆਦਾ ਤੰਗ ਕਰਦੇ ਨੇ, ਕਿਉਂਕਿ ਠੰਡਾ ਕੋਈ ਵੀ ਚੀਜ਼ ਠੰਡੀ ਹੋਈ ਹੁੰਦੀ ਹੈ ਤਾਂ ਉਹਦੇ 'ਚ ਪੇਨ ਵੱਧ ਹੁੰਦੀ ਹੈ। ਜੋੜਾਂ ਦੇ ਦਰਦ ਕਿਉਂ ਹੁੰਦੇ ਨੇ, ਕੀ ਕਾਰਨ ਨੇ ਇਹਦੇ ਵਿੱਚ? ਕੀ ਅਸੀਂ ਕੁਝ ਅਜਿਹਾ, ਜਿਸ ਤਰ੍ਹਾਂ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਨੇ ਪਿਛਲੀ ਵਾਰੀ ਦੱਸਿਆ ਸੀ ਕਿ ਅਸੀਂ ਆਪਣਾ ਵਾਤਾਵਰਨ ਉਹ ਪਤਾ ਨਹੀਂ ਕੀ ਕਰਕੇ ਅਸੀਂ ਇਹ ਸੱਤਿਆਨਾਸ਼ ਮਾਰ ਲਿਆ, ਜਿਹਦੇ ਕਰਕੇ ਸਾਡਾ ਅੱਜ ਇਹ ਹਾਲਾਤ ਹੋ ਗਏ ਕਿ ਸਾਨੂੰ ਕਰੋਨਿਕ ਡਿਜ਼ੀਜ਼ ਜਿਹੜੀਆਂ ਨੇ ਉਹ ਸਾਡੀਆਂ ਉਹ ਬਣਦੀਆਂ ਜਾ ਰਹੀਆਂ ਨੇ। ਕਿ ਕੁਝ ਇਸ ਮਾਮਲੇ ਦੇ ਵਿੱਚ ਵੀ ਕੁਝ ਅਜਿਹਾ ਕੀਤਾ ਜਿਹੜਾ ਸਾਡਾ ਜੋੜਾਂ ਦੇ ਦਰਦ ਸਾਨੂੰ ਤੰਗ ਕਰਨ ਲੱਗ ਗਏ? ਕਿਉਂਕਿ ਅਕਸਰ ਡਾਕਟਰ ਅਮਰ ਸਿੰਘ ਆਜ਼ਾਦ ਕਹਿੰਦੇ ਨੇ ਕਿ ਜਿਹੜੇ ਇਸ ਤਰ੍ਹਾਂ ਦੇ ਦਰਦ ਹੁੰਦੇ ਨੇ ਉਹ ਇੱਕ ਕਰੋਨਿਕ ਫਟੀਗ ਸਿੰਡਰੋਮ ਨਾਮ ਦੀ ਬਿਮਾਰੀ ਵੀ ਹੁੰਦੀ ਹੈ, ਜਿਹਦੇ ਕਰਕੇ ਸਾਡਾ ਸਰੀਰ ਥੱਕਿਆ ਰਹਿੰਦਾ, ਉਹਦੇ ਕਰਕੇ ਵੀ ਜੋੜਾਂ ਦੇ ਵਿੱਚ ਦਰਦ ਹੋ ਸਕਦੇ ਨੇ। ਕੀ ਇਹਦੇ ਨਾਲ ਕੁਝ ਹੋਰ ਵੀ ਚੀਜ਼ਾਂ ਜੁੜੀਆਂ ਹੋਈਆਂ ਨੇ ਜਿਹੜੀਆਂ ਕਿ ਸਾਨੂੰ ਜੋੜਾਂ ਦੇ ਦਰਦ ਦੇ ਲਈ ਤੰਗ ਕਰਦੀਆਂ ਨੇ? ਵਾਤ ਪਿੱਤ ਕਫ ਦਾ ਜਿਹੜਾ ਇਹਦੇ 'ਚ ਫਾਰਮੂਲਾ ਇੱਥੇ ਵੀ ਲਾਗੂ ਹੋ ਰਿਹਾ। ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਬੀ ਯੋਰ ਓਨ ਡਾਕਟਰ ਐਪੀਸੋਡ 8, ਇਹਦੇ ਵਿੱਚ ਆਪਾਂ ਨੇ ਅੱਜ ਵਿਸ਼ਾ ਜਿਹੜਾ ਉਹ ਲਿਆ ਹੈਗਾ ਕਿ ਜੋੜਾਂ ਦੇ ਦਰਦ। ਸਰਦੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕਿਸੇ ਨੂੰ ਤੰਗ ਕਰਦਾ ਹੈਗਾ ਤਾਂ ਜੋੜਾਂ ਦੇ ਦਰਦ ਹੈ, ਅਤੇ ਜੇ ਉਹ ਕਿਸੇ ਨੂੰ ਆਰਥਰਾਈਟਿਸ ਹੋਵੇ ਤਾਂ ਉਹ ਫਿਰ ਜਿਉਣ ਨਹੀਂ ਦਿੰਦਾ, ਕਿਉਂਕਿ ਸਵੇਰੇ ਉੱਠਦੇ ਸਾਰ ਜੋੜ ਆਕੜੇ ਵੇ ਹੁੰਦੇ ਨੇ, ਨਾ ਉਹ ਸਿੱਧੇ ਕਰਨ ਜੋਗਾ, ਨਾ ਉਹਦੇ ਲਈ ਸਵੇਰਾ ਲੋਕਾਂ ਲਈ ਨਵੀਂ ਸਵੇਰ ਹੁੰਦੀ ਹੈ, ਉਹਦੇ ਲਈ ਨਵਾਂ ਦਰਦ ਹੁੰਦਾ। ਜੋੜਾਂ ਦੇ ਦਰਦ ਦੇ ਮਾਮਲੇ ਦੇ ਵਿੱਚ ਤੁਸੀਂ ਕੀ ਕਹੋਗੇ ਵੀ ਕਿੱਥੋਂ ਕਿਉਂ ਜੋੜ ਦੁਖਣ ਕਿਉਂ ਲੱਗ ਜਾਂਦੇ ਨੇ? ਕੁਲਵੰਤ ਜੀ, ਜੋੜ ਜਿਹੜੇ ਨੇ ਇੱਕ ਉਸ ਸਿਸਟਮ ਦਾ ਪਾਰਟ ਨੇ ਜਿਹਨੂੰ ਅਸੀਂ ਅੰਗਰੇਜ਼ੀ 'ਚ ਟੈਕਨੀਕਲੀ ਕਹਿੰਦੇ ਮਸਕੂਲੋ ਸਕੈਲਟਲ ਸਿਸਟਮ। ਮਸਲਸ ਔਰ ਸਕੈਲਟਨ ਯਾਨੀ ਕਿ ਬੋਨਸ, ਹੱਡੀਆਂ ਅਤੇ ਪੱਠੇ ਅਤੇ ਜੋੜ, ਇਹ ਤਿੰਨ ਇੱਕ ਯੂਨਿਟ ਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦਾ ਢਾਂਚਾ ਬਣਦਾ ਸਾਡੇ ਸਰੀਰ ਦਾ ਜਿਹੜਾ ਬਾਹਰੀ ਢਾਂਚਾ, ਜਿਹੜੀ ਸਾਡੀ ਸ਼ਕਲ ਰੂਪ ਸਾਡਾ ਬਣਦਾ ਜਿਹੜਾ, ਉਹ ਇਹ ਢਾਂਚਾ ਉਹਦੀ ਨੀਂਹ ਹੈ, ਉਹਦੀ ਜੜ੍ਹ ਹੈ। ਉਹਦੇ ਉੱਪਰ ਫਿਰ ਜਿਹੜਾ ਅਗਰ ਲਿਪਾ ਪੋਚੀ ਉਪਈ ਹੋਈ ਹੈ, ਸਾਡਾ ਜਿਹੜਾ ਚਮੜੀ ਹੈ ਜਾਂ ਹੋਰ ਦੇ ਬਾਕੀ ਸਿਸਟਮ ਨੇ, ਉਹਦੇ ਵਿੱਚ ਸਾਰੇ ਲਪੇਟੇ ਹੋਏ ਆ। ਲੇਕਿਨ ਜਿਹੜਾ ਉਹਦਾ ਆਧਾਰ ਬਣਦਾ ਜਿਹਦੇ ਉੱਪਰ ਸਾਰਾ ਟਿਕਿਆ ਹੋਇਆ ਉਹ ਹੈ ਮਸਕੂਲੋ ਸਕੈਲਟਲ ਸਿਸਟਮ, ਯਾਨੀ ਕਿ ਮਸਲਸ, ਹੱਡੀਆਂ ਅਤੇ ਜੋੜ। ਹੁਣ ਮਸਲਸ, ਹੱਡੀਆਂ ਦੇ ਜੋੜ ਤਿੰਨੇ ਇੱਕ ਯੂਨਿਟ ਨੇ। ਅੱਛਾ, ਅੱਜ ਦੀ ਵੀਡੀਓ 'ਚ ਆਪਾਂ ਇਹਦੇ ਬਾਰੇ ਮੇਰੇ ਖਿਆਲ 'ਚ ਜਨਰਲ ਗੱਲ ਕਰ ਲਈ ਹੈ ਕਿ ਇਹ ਜਿਹੜੇ ਮਸਕੂਲੋ ਸਕੈਲਟਲ ਸਿਸਟਮ ਹੈ, ਇਹਦੀ ਹੈਲਥ ਜਿਹੜੀ ਹੈ ਉਹ ਕਿਉਂ ਖਰਾਬ ਹੁੰਦੀ ਹੈ ਅਤੇ ਕਿੱਦਾਂ ਇਹਨੂੰ ਆਪਾਂ ਠੀਕ ਰੱਖਣ ਦੇ ਕੁਝ ਜਨਰਲ ਪ੍ਰਿੰਸੀਪਲ ਦੀ ਗੱਲ ਕਰਦੇ ਹਾਂ। ਫਿਰ ਮਸਕੂਲੋ ਸਕੈਲਟਲ ਸਿਸਟਮ ਦੀਆਂ ਇਕੱਲੀਆਂ ਬਿਮਾਰੀਆਂ ਲੈ ਲਾਂਗੇ ਜਿਹੜੀਆਂ ਕਿ ਮੈਨੂੰ ਲੱਗਦਾ 3 ਜਾਂ 4 ਐਪੀਸੋਡ 'ਚ ਜਾ ਕੇ ਨਿਬੜਨਗੀਆਂ। ਪਹਿਲਾਂ ਆਪਾਂ ਅੱਜ ਜਨਰਲ ਗੱਲ ਕਰਦੇ ਹਾਂ ਕਿ ਮਸਕੂਲੋ ਸਕੈਲਟਲ ਸਿਸਟਮ ਦੇ ਵਿੱਚ ਕੀ ਚਾਹੀਦਾ। ਮਸਲਸ ਜਿਹੜੇ ਨੇ, ਉਹਦੇ ਅੰਦਰ ਤਾਕਤ ਚਾਹੀਦੀ ਹੈ ਅਤੇ ਸਟੈਮਿਨਾ ਚਾਹੀਦਾ। 2 ਚੀਜ਼ਾਂ ਹੋ ਗਈਆਂ, ਤਾਕਤ ਚਾਹੀਦੀ ਹੈ ਅਤੇ ਸਟੈਮਿਨਾ ਚਾਹੀਦਾ। ਤਾਕਤ ਦਾ ਮਤਲਬ ਹੈ ਕਿ ਮੈਂ ਕਿੰਨਾ ਭਾਰ ਚੱਕ ਸਕਦਾ, ਮੈਂ 5 ਕਿਲੋ ਭਾਰ ਚੱਕ ਸਕਦਾ ਕਿ 10 ਕਿਲੋ ਚੱਕ ਸਕਦਾ ਕਿ 20 ਕਿਲੋ ਚੱਕ ਸਕਦਾ। ਜਿਵੇਂ ਮਸਲ ਵੇਟ ਲਿਫਟਰ ਹੁੰਦੇ ਆ, ਉਹ 100 150 ਕਿਲੋ ਭਾਰ ਚੱਕ ਦਿੰਦੇ ਆ, ਲੇਕਿਨ ਆਮ ਬੰਦਾ ਤਾਂ ਨਹੀਂ ਚੱਕ ਸਕਦਾ ਨਾ। ਇਹਦਾ ਮਤਲਬ ਹੈ ਇੱਕ ਜਿਹੜਾ ਵੇਟ ਲਿਫਟਰ ਹੈ ਉਹਦੀ ਤਾਕਤ ਪੱਠਿਆਂ ਦੀ
ਤੇ ਇੱਕ ਆਮ ਆਦਮੀ ਦੀ ਤਾਕਤ ਪੱਠਿਆਂ ਦੀ 'ਚ ਬੜਾ ਜ਼ਮੀਨ ਸਮਾਨ ਦਾ ਫਰਕ ਹੈ। ਸੋ ਪੱਠਿਆਂ ਦੀ ਤਾਕਤ ਕਿੰਨੀ ਹੈ ਅਤੇ ਸਟੈਮਿਨਾ, ਯਾਨੀ ਕਿ ਉਹੀ ਕੰਮ ਅਗਰ ਕਰਨਾ ਹੋਵੇ ਮੈਨੂੰ ਤਾਂ ਮੈਂ ਕਿੰਨਾ ਟਾਈਮ ਕਰ ਸਕਦਾ। ਮੰਨ ਲਓ ਮੈਂ ਦੌੜਨਾ ਹੋਵੇ ਤਾਂ ਮੈਂ ਕਿੰਨਾ ਟਾਈਮ ਦੌੜ ਸਕਦਾ। ਉਹ ਕਹਿੰਦੇ 100 ਮੀਟਰ ਦੀ ਰੇਸ ਕਿ 200 ਮੀਟਰ ਦੀ ਰੇਸ ਕਿ 500 ਮੀਟਰ ਦੀ ਰੇਸ। ਤਾਂ ਉਹਦਾ ਮਤਲਬ ਹੁੰਦਾ ਸਟੈਮਿਨਾ, ਕਿ ਕਿੱਥੇ ਜਾ ਕੇ ਮੇਰੇ ਪੱਠੇ ਜਵਾਬ ਦੇ ਜਾਣਗੇ, ਕਿੱਥੋਂ ਤੱਕ ਮੇਰੇ ਪੱਠੇ ਜਿਹੜੇ ਨੇ ਉਹੀ ਕੰਮ ਜਿਹੜੇ ਨੇ ਕਰ ਸਕਦੇ ਆ। ਅਤੇ ਦੋ ਗੁਣ ਨੇ ਮਸਲ ਦੇ, ਪਾਵਰ ਉਹਦੀ, ਤਾਕਤ, ਕਿ ਕਿੰਨਾ ਕੰਮ ਉਹ ਕਰ ਸਕਦੇ ਆ ਅਤੇ ਕਿੰਨਾ ਸਮਾਂ ਕਰ ਸਕਦੇ ਆ। ਹੱਡੀਆਂ 'ਚ ਤਾਕਤ ਚਾਹੀਦੀ ਹੈ, ਸਖਤੀ ਚਾਹੀਦੀ, ਕਿਉਂਕਿ ਹੱਡੀ ਜਿਹੜੀ ਆ ਉਹਨੇ ਬਹੁਤ ਕੁਛ ਊਚ ਨੀਚ ਸਹਿਣਾ, ਤਾਂ ਉਹਦੇ ਅੰਦਰ ਸਖਤੀ ਚਾਹੀਦੀ ਆ। ਅਤੇ ਸਖਤੀ ਕਰਨ ਲਈ ਕੁਦਰਤ ਨੇ ਉਹਦੇ ਅੰਦਰ ਕੈਲਸ਼ੀਅਮ ਪਾਤਾ, ਕੈਲਸ਼ੀਅਮ ਡਿਪੋਜ਼ਿਟ ਪਾਤਾ ਥੱਲੇ। ਇੱਕ ਜਿਵੇਂ ਜਲਾਹਾ ਪਹਿਲਾਂ ਤਾਣਾ ਬੁਣਦਾ ਅਤੇ ਫਿਰ ਪੇਟਾ ਪਾਉਂਦਾ, ਤਾਂ ਤਾਣਾ ਜਿਹੜਾ ਸਮਝ ਲਓ ਵੀ ਜਿਹੜਾ ਪਹਿਲਾਂ ਮੁਣ ਕੇ ਕੁਦਰਤ ਅਤੇ ਫਿਰ ਉਹਦੇ ਵਿੱਚ ਕੈਲਸ਼ੀਅਮ ਜਮ੍ਹਾਂ ਕਰਕੇ ਅਤੇ ਉਹਦੀ ਸਖਤੀ ਬਣਾ ਦਿੰਦੀ ਹੈ। ਜਿਵੇਂ ਸੀਮਟ ਪਾਤਾ ਆਪਾਂ ਨੇ, ਤਾਂ ਹੱਡੀ ਕਿੰਨੀ ਸਖਤ ਹੈ ਤੁਹਾਡੀ। ਹੁਣ ਹੱਡੀਆਂ ਪਹਿਲਾਂ ਬੜੀਆਂ ਸਖਤ ਹੁੰਦੀਆਂ ਸੀਗੀਆਂ, ਮੈਨੂੰ ਅੱਜ ਵੀ ਯਾਦ ਹੈ ਲੋਕ ਡਾਂਗੋ ਡਾਂਗੀ ਹੋ ਜਾਂਦੇ ਹੁੰਦੇ ਸੀਗੇ, ਸਿਰ ਖੂਨੋ ਖੂਨੀ ਹੁੰਦਾ ਸੀਗਾ, ਲੇਕਿਨ ਥੱਲੇ ਫ੍ਰੈਕਚਰ ਨਹੀਂ ਸੀ ਹੁੰਦਾ ਜਲਦੀ। ਬੜਾ ਦੇਖਿਆ ਹੈਗਾ ਲੋਕੀ ਹੱਥ ਮਾਰ ਕੇ ਇੱਟ ਤੋੜ ਦਿੰਦੇ ਨੇ। ਹਾਂ, ਤਾਂ ਪੁਰਾਣੇ ਜ਼ਮਾਨੇ 'ਚ ਸੀਗੇ ਇਹੋ ਜਿਹੇ ਬੰਦੇ ਕਿ ਮੈਂ ਦੱਸਿਆ ਵੀ ਡਾਂਗੋ ਡਾਂਗੀ ਹੋਇਆ, ਸਿਰ ਫਟੇ ਹੋਏ ਆ, ਖੂਨ ਨਾਲ ਲੱਥ-ਪੱਥ ਹੈ, ਪਰ ਪਤਾ ਲੱਗੇ ਵੀ ਹੱਡੀ ਉੱਡੀ ਕੁਛ ਨਹੀਂ ਟੁੱਟੀ ਹੋਈ, ਥੱਲੇ ਹੱਡੀਆਂ ਕਾਇਮ ਨੇ। ਅੱਜ ਕੀ ਹੁੰਦਾ ਕਿ ਤੁਰੇ ਜਾਂਦੇ ਬੰਦੇ ਦੀ ਹੱਡੀ ਟੁੱਟ ਜਾਂਦੀ ਹੈ, ਮਾੜਾ ਜਿਹਾ ਪੈਰ ਸਲਿੱਪ ਕੀਤਾ ਨਹੀਂ ਅਤੇ ਹੱਡੀ ਕੜਕ ਦੇ ਗੜ ਬੋਲ ਕੇ ਟੁੱਟ ਜਾਂਦੀ ਹੈ। ਤਾਂ ਇਹਦਾ ਮਤਲਬ ਹੈ ਸਾਨੂੰ ਹੱਡੀਆਂ ਦੀ ਤਾਕਤ ਜਿਹੜੀ ਹੈ, ਹਾਂ ਬੋਨ ਜਿਹੜੀ ਆ ਉਹ ਕਿੰਨੀ ਸ਼ਕਤੀਸ਼ਾਲੀ ਹੈ, ਕਿੰਨਾ ਕੁ ਦਬਾਅ ਚੱਲ ਸਕਦੀ ਹੈ, ਕਿੰਨੀ ਕੁ ਜਰਕ ਚੱਲ ਸਕਦੀ ਹੈ, ਕਿੰਨਾ ਕੁ ਜਦੋਂ ਉੱਤੇ ਕਿਸੇ ਚੀਜ਼ ਦੇ ਉੱਪਰ ਵੱਜ ਜਾਵੇ, ਉਹ ਕੋਈ ਬੰਦਾ ਡਿੱਗ ਜਾਵੇ ਜਾਂ ਉਹਦੇ ਉੱਪਰ ਕੋਈ ਡਾਂਗ ਸੋਟਾ ਵੱਜ ਜਾਵੇ ਤਾਂ ਉਹ ਚੱਲ ਵੀ ਸਕਦੀ ਕਿ ਚੱਲ ਸਕਦੀ। ਤਾਂ ਉਹ ਪੁਰਾਣੇ ਮਨੁੱਖ ਦੀਆਂ ਹੱਡੀਆਂ ਬੜੀਆਂ ਸਖਤ ਸੀਗੀਆਂ, ਅੱਜ ਦੇ ਮਨੁੱਖ ਦੀਆਂ ਹੱਡੀਆਂ ਬਹੁਤ ਹੀ ਕਮਜ਼ੋਰ ਨੇ। ਹੁਣ ਜਣਾ ਖਣੇ ਦੀ ਹੁਣ ਤਾਂ ਮਸ਼ੀਨਾਂ ਬਣ ਗਈਆਂ ਮਿਣਨ ਵਾਲੀਆਂ ਵੀ ਤੁਹਾਡੀ ਬੋਨ ਡੈਂਸਿਟੀ ਕਿੰਨੀ ਹੈ, ਬੋਨ ਡੈਂਸਿਟੀ ਮਿਣ ਦਿੰਦੀਆਂ ਨੇ। ਅਤੇ ਅੱਜ ਤਾਂ ਬਾਥਰੂਮ 'ਚ ਮਾੜਾ ਜਿਹਾ ਪੈਰ ਸਲਿੱਪ ਕੀਤਾ ਨਹੀਂ ਅਤੇ ਨਾਲ ਦੀ ਨਾਲ ਹੱਡੀ ਕੜਕ ਕਰਕੇ ਟੁੱਟ ਜਾਂਦੀ ਹੈ। ਤਾਂ ਇਹ ਜਿਹੜੇ ਵਰਤਾਰਾ ਹੈ, ਹੱਡੀਆਂ ਕਮਜ਼ੋਰ ਪੈ ਗਈਆਂ, ਪੱਠੇ ਕਮਜ਼ੋਰ ਪੈ ਗਏ, ਪੱਠਿਆਂ ਦਾ ਸਟੈਮਿਨਾ ਘੱਟ ਗਿਆ, ਹੱਡੀਆਂ ਕਮਜ਼ੋਰ ਪੈ ਗਈਆਂ। ਜੋੜਾਂ ਦੇ ਅੰਦਰ ਕੀ ਚਾਹੀਦਾ, ਗੁਣ ਚਾਹੀਦਾ ਲਚਕ, ਕਿ ਕੋਈ ਤੇਰਾ ਜੋੜ ਲਚਕੀਲਾ ਕਿੰਨਾ। ਉਹ ਅੱਜ ਤੁਸੀਂ ਦੇਖ ਲਓ, ਅਸੀਂ ਆਪਾਂ ਇੱਕੋ ਹੀ ਉਦਾਹਰਨ ਲੈ ਲਈਏ, ਆਪਾਂ ਪੁਰਾਣੇ ਜ਼ਮਾਨੇ ਦੀ ਲੈਟਰਨ ਬੈਠਦੇ ਸੀਗੇ ਤਾਂ ਉਹ ਸਾਡਾ ਇੱਕ ਸਿਸਟਮ ਸੀ, ਇੰਡੀਅਨ ਸਿਸਟਮ, ਪਲੱਥੀ ਮਾਰ ਕੇ ਥੱਲੇ, ਔਰ ਕਿੱਡਾ ਵਧੀਆ ਉਹ ਪੋਜ਼ ਸੀਗਾ ਸਾਡੇ ਪੁਰਖਿਆਂ ਨੇ ਬਣਾਇਆ, ਹੌਲੀ ਹੌਲੀ ਬਣਦਾ ਕਿ ਉਹਦੇ ਨਾਲ ਜਿਹੜੀ ਸੀ ਮਿੰਟ 5 ਲੱਗਦੇ ਸੀ। ਅੱਜ ਜਿਹੜਾ ਅਸੀਂ ਬ੍ਰਿਟਨ ਉਹ ਜਿਹੜਾ ਵੈਸਟਰਨ ਟਾਈਪ ਲੈ ਲਿਆ, ਉਹਦੇ ਘੰਟਾ ਬੈਠੇ ਰਹਿੰਦੇ ਅਸੀਂ, ਕੋਈ ਜ਼ੋਰ ਲਾਈ ਜਾਂਦੇ, ਤਿੰਗੀ ਜਾਂਦੇ ਆ। ਉਹਦੇ 'ਚ ਤਾਂ ਚਲੋ ਲਾ ਵੀ ਲੈਂਦੇ ਘੰਟਾ, ਉਹਦੇ 'ਚ ਘੰਟਾ ਬੈਠਿਆ ਵੀ ਨਹੀਂ ਜਾਂਦਾ ਥੱਲੇ, ਅਤੇ ਪੈਰ ਸੁੰਨ ਹੋ ਜਾਂਦੇ ਬੜੇ ਇਸ ਹਿਸਾਬ ਨਾਲ ਬਣਿਆ ਹੋਇਆ। ਲੇਕਿਨ ਉਹ ਕਮਾਲ ਦਾ ਪੋਜ਼ ਸੀਗਾ, ਕਮਾਲ ਦਾ ਪੋਸਚਰ ਸੀਗਾ ਉਹ, ਜਿਹਦਾ ਕਿ ਪੇਟ ਨੂੰ ਬਹੁਤ ਜਲਦੀ ਖਾਲੀ ਕਰਦਾ ਸੀਗਾ ਉਹ। ਲੇਕਿਨ ਅੱਜ ਉਹ ਬੈਠ ਨਹੀਂ ਸਕਦੇ ਸੀ, ਉਹਦਾ ਸਾਡੇ ਗੋਡੇ ਰਹਿ ਗਏ। ਪੁਰਾਣੇ ਬੈਠਕਾਂ ਮਾਰਦੇ ਹੁੰਦੇ ਸੀਗੇ, ਥੱਲੇ ਬੈਠ ਕੇ ਉੱਪਰ ਉੱਠਣਾ, ਕਿੰਨੀਆਂ ਬੈਠਕਾਂ ਮਾਰ ਲਏਗਾ, ਮੁਕਾਬਲਾ ਹੁੰਦਾ ਸੀ ਵੀ ਤੂੰ 500 ਬੈਠਕ ਮਾਰ ਜਾਂਦੇ ਸੀ ਐਟ ਏ ਸਟੇਜ, 500 ਤੁਸੀਂ 5 ਮਾਰ ਕੇ ਦਿਖਾ ਦਿਓ, 500 ਦਾ ਦੂਰ ਦੀ ਗੱਲ ਰਹੀ। ਤਾਂ ਉਹ ਕੀ ਹੋਇਆ, ਹੌਲੀ ਹੌਲੀ ਅਸੀਂ ਆਪਣਾ ਸਾਰਾ ਮਸਕੂਲੋਸਕੈਲੇਟਲ ਸਿਸਟਮ ਜਿਹੜਾ, ਕਿਉਂਕਿ ਅਸੀਂ ਸਖਤ ਕੰਮ ਨਹੀਂ ਕਰਦੇ, ਉੱਦਾਂ ਦਾ ਸਾਡਾ ਰੂਟੀਨ ਨਹੀਂ ਹੈ, ਤਾਂ ਅਸੀਂ ਬਹੁਤ ਕਮਜ਼ੋਰ ਕਰ ਲਿਆ, ਜਿਹੜਾ ਕਿ ਜੜ ਬਣ ਗਿਆ ਸਾਡੀ ਹੱਡੀਆਂ, ਜੋੜਾਂ ਅਤੇ ਪੱਠਿਆਂ ਦੀਆਂ ਬਿਮਾਰੀਆਂ ਦਾ। ਹੱਡੀਆਂ, ਜੋੜੀਆਂ ਅਤੇ ਪੱਠਾਂ ਦੀਆਂ ਬਿਮਾਰੀਆਂ ਦਾ ਜੜ ਬਣ ਗਿਆ। ਹੁਣ ਇਹ ਇੱਕ ਤਾਂ ਇਹ ਆਧਾਰ ਹੋ ਗਿਆ ਕਿ ਅਸੀਂ ਜਿਸ ਕਿਸਮ ਦਾ ਲਾਈਫ ਸਟਾਈਲ ਅਡੋਪਟ ਕਰ ਲਿਆ, ਉਹਦੇ ਅੰਦਰ ਅਸੀਂ ਆਪਣੇ ਤਿੰਨੇ ਚੀਜ਼ਾਂ ਨਹੀਂ ਕਿ ਇੱਕ ਯੂਨਿਟ ਦਾ ਆਧਾਰ ਨੇ, ਮਸਲਸ, ਬੋਨਸ ਅਤੇ ਜੁਆਇੰਟਸ, ਉਹਨਾਂ ਨੂੰ ਕਮਜ਼ੋਰ ਕਰ ਲਿਆ। ਉਹਨਾਂ ਨੂੰ ਜਿਹੜਾ ਜਿੰਨੀ ਉਹਦੇ 'ਚ ਤਾਕਤ ਸੀ, ਜਿੰਨੀ ਉਹ 'ਚ ਸ਼ਕਤੀ ਸੀ, ਜਿੰਨੀ ਉਹ 'ਚ ਲਚਕ ਸੀ, ਉਹ ਸਾਰੀ ਜਿਹੜੀ ਅਸੀਂ ਗਵਾ ਲਈ। ਅਤੇ ਗਵਾ ਕੇ ਫਿਰ ਅਸੀਂ ਹੁਣ ਆਪਣੇ ਆਪ ਨੂੰ ਵਲਨਰੇਬਲ ਕਰ ਲਿਆ ਉਹਨਾਂ ਬਿਮਾਰੀਆਂ ਦੇ, ਜਿਹੜੀਆਂ ਬਿਮਾਰੀਆਂ ਨੂੰ ਅਸੀਂ ਕਹਿੰਦੇ ਹਾਂ ਕਿ ਹੱਡੀਆਂ, ਪੱਠਿਆਂ ਅਤੇ ਜੋੜਾਂ ਦੀਆਂ ਬਿਮਾਰੀਆਂ ਨੇ। ਉਸ ਤੋਂ ਅੱਗੇ ਆ ਜਾਓ ਕਿ ਸਾਡੇ ਜਿਹੜੇ ਖਾਣਾ ਪੀਣਾ, ਹੁਣ ਖਾਣਾ ਪੀਣਾ ਜਿਹੜਾ ਸਾਡਾ ਉੱਦਾਂ ਦਾ ਹੋ ਗਿਆ ਕਿ ਉਹਦੇ 'ਚ
ਜਿਹੜਾ ਪੁਰਾਣੇ ਖਾਣੇ ਸੀਗੇ ਉਹ ਇੰਨੇ ਕੁ ਵਧੀਆ ਸੀ ਕਿ ਉਹਦੇ 'ਚੋਂ ਸਾਰਾ ਕੁਛ ਜਿਹੜਾ ਹੱਡੀਆਂ ਦਾ ਮਿਲ ਜਾਂਦਾ ਸੀ। ਉਹਦੇ 'ਚ ਕੁਛ ਚੀਜ਼ਾਂ ਦਾ ਸੀ ਕਿ ਧੁੱਪੇ ਰਹਿੰਦੇ ਸੀ, ਉਦਾਹਰਨ ਦੇ ਤੌਰ 'ਤੇ ਧੁੱਪ 'ਚ ਰਹਿੰਦੇ ਸੀ। ਉਹ ਮੈਨੂੰ ਯਾਦ ਹੈ ਧੁੱਪ ਤੋਂ ਡਰਨ ਦਾ ਤਾਂ ਕੰਮ ਹੀ ਪਤਾ ਕੋਈ ਨਹੀਂ ਸੀ ਹੁੰਦਾ। ਕੋਈ ਸੋਚਿਆ ਨਹੀਂ ਸੀ ਵੀ ਧੁੱਪ 'ਚ ਜਾ ਕੇ ਅਤੇ ਕੰਮ ਨਹੀਂ ਕਰਨਾ, ਅਤੇ ਧੁੱਪੇ ਜਾਣਾ ਤਾਂ ਆਮ ਜਿਹਾ ਵਰਤਾਰਾ ਸੀਗਾ। ਸਾਰਾ ਦਿਨ ਧੁੱਪੇ ਫਿਰੀ ਜਾਂਦੇ ਸੀ, ਕੋਈ ਪਰਵਾਹ ਨਹੀਂ ਸੀ ਮੰਨਦੇ। ਅਤੇ ਵਿਟਾਮਿਨ ਡੀ ਕਿੱਥੋਂ ਬਣਨਾ? ਕੁਦਰਤ ਨੇ ਵਿਟਾਮਿਨ ਡੀ ਦਾ ਵਰਤਾਰਾ ਹੀ ਇਹ ਬਣਾ ਰੱਖਿਆ ਕਿ ਧੁੱਪ ਜਾਓਗੇ ਤਾਂ ਬਣ ਜਾਏਗਾ, ਨਹੀਂ ਜਾਓਗੇ ਤਾਂ ਨਹੀਂ ਬਣੇਗਾ। ਅਤੇ ਵਿਟਾਮਿਨ ਡੀ ਦੇ ਸਿਰ 'ਤੇ ਕੈਲਸ਼ੀਅਮ ਜਾਣਾ ਅੰਦਰ ਸਾਡੇ, ਅਤੇ ਕੈਲਸ਼ੀਅਮ ਜੇ ਜਾਊਗਾ ਭੋਜਨ 'ਚੋਂ ਕੈਲਸ਼ੀਅਮ ਜੇ ਲੈਣਾ ਹੈ ਸਰੀਰ ਨੇ, ਤੁਹਾਨੂੰ ਵਿਟਾਮਿਨ ਡੀ ਚਾਹੀਦਾ। ਅਤੇ ਜੇ ਡੀ ਘੱਟ ਹੈ ਤਾਂ ਕੈਲਸ਼ੀਅਮ ਨਹੀਂ ਜਾਂਦਾ। ਫਿਰ ਹੁਣ ਵਰਤਾਰਾ ਆ ਗਿਆ ਕਿ ਅਸੀਂ ਕੈਲਸ਼ੀਅਮ ਦੀਆਂ ਗੋਲੀਆਂ ਦੇਣੀਆਂ ਸ਼ੁਰੂ ਕਰਤੀਆਂ। ਜਿਹੜੇ ਡਾਕਟਰ ਕੋਲ ਜਾਓ ਉਹ ਕਹਿੰਦਾ ਤੁਹਾਡੀ ਹੱਡੀਆਂ ਕਮਜ਼ੋਰ ਨੇ, ਕੈਲਸ਼ੀਅਮ ਦੀਆਂ ਗੋਲੀਆਂ ਖਾਓ। ਕੈਲਸ਼ੀਅਮ ਦੀਆਂ ਗੋਲੀਆਂ ਨੇ ਹੋਰ ਪੁੱਠੇ ਰਾਹ ਪਾਤਾ, ਕਿਉਂਕਿ ਕੈਲਸ਼ੀਅਮ ਦੀ ਗੋਲੀ 'ਚ ਕੋਈ ਇਹੋ ਜਿਹੀ ਅਕਲ ਨਹੀਂ ਹੈ ਵੀ ਉਹਦੇ ਕੈਲਸ਼ੀਅਮ ਨੇ ਜਾ ਕੇ ਹੱਡੀਆਂ 'ਚ ਜੰਮਣਾ ਜ਼ਰੂਰੀ, ਉਹ ਕਿਤੇ ਹੋਰ ਵੀ ਜੰਮ ਜਾਏਗੀ। ਜਿਹੜਾ ਭੋਜਨ ਦਾ ਕੈਲਸ਼ੀਅਮ ਹੈ ਉਹਦੇ ਅੰਦਰ ਇਹ ਗੁਣ ਹੈ ਕਿ ਉਹਨੂੰ ਅਕਲ ਹੈ ਅੰਤੜੀਆਂ ਤੋਂ ਲੈ ਕੇ ਹੀ। ਜੇ ਤਾਂ ਭੋਜਨ ਦਾ ਕੈਲਸ਼ੀਅਮ ਜਿਹੜਾ ਹੈ ਉਹ ਜੇ ਸਰੀਰ ਨੂੰ ਚਾਹੀਦਾ ਤਾਂ ਲੈ ਲਏਗਾ ਉਹ ਸਰੀਰ, ਨਹੀਂ ਤਾਂ ਨਹੀਂ ਲਏਗਾ। ਲੇਕਿਨ ਗੋਲੀ ਦੇ ਕੈਲਸ਼ੀਅਮ ਨੂੰ ਇਹੋ ਜਿਹੀ ਕੋਈ ਰੁਕਾਵਟ ਨਹੀਂ ਹੈ। ਗੋਲੀ ਦੀ ਕੈਲਸ਼ੀਅਮ ਸਿੱਧਾ ਜਾ ਕੇ ਖੂਨ 'ਚ ਵੱਜੇਗੀ ਔਰ ਜਾ ਕੇ ਕੋਈ ਪਤਾ ਨਹੀਂ ਕਿੱਥੇ ਜੰਮਣਾ ਉਹਨੇ ਗੁਰਦੇ 'ਚ ਜਾਏਗੀ, ਪੱਥਰੀ ਬਣਾ ਦੇਗੀ, ਪਿੱਤੇ ਜਾਏਗੀ, ਪੱਥਰੀ ਬਣਾ ਦੇਗੀ, ਖੂਨ ਦੀਆਂ ਨਾੜਾਂ 'ਚ ਜਾਏਗੀ ਤਾਂ ਖੂਨ ਦੀਆਂ ਨਾੜਾਂ ਬਲੋਕ ਕਰ ਦੇਗੀ, ਕਿਤੇ ਨਾ ਕਿਤੇ ਗਲਤ ਥਾਂ 'ਤੇ ਜੰਮੇਗੀ ਜਾ ਕੇ। ਤਾਂ ਇਹ ਜਿਹੜਾ ਔਗਣ ਹੈ ਕੈਲਸ਼ੀਅਮ ਦੀ ਗੋਲੀ 'ਚ ਬਹੁਤ ਭੈੜਾ ਗੁਣ ਔਗਣ ਹੈ, ਜਿਹੜਾ ਕਿ ਖੁਰਾਕ 'ਚ ਨਹੀਂ ਸੀ ਹੁੰਦਾ। ਤਾਂ ਪੁਰਾਣੀਆਂ ਖੁਰਾਕਾਂ ਜਿਹੜੀਆਂ ਸੀਗੀਆਂ ਉਹਦੇ 'ਚ ਜਿਹੜਾ ਸੀਗਾ, ਈਵਨ ਦੁੱਧ ਬਾਰੇ ਵੀ ਹੁਣ ਤਾਂ ਇਹ ਆ ਗਿਆ ਕਿ ਦੁੱਧ ਦਾ ਕੈਲਸ਼ੀਅਮ ਵੀ ਜਿਹੜਾ ਉਹ ਕੋਈ ਬਹੁਤ ਵਧੀਆ ਕੈਲਸ਼ੀਅਮ ਨਹੀਂ ਹੈ। ਜਿਹੜਾ ਪੌਦਿਆਂ ਦਾ ਕੈਲਸ਼ੀਅਮ ਹੈ ਉਹ ਵਧੀਆ ਸਾਡੀਆਂ ਹੱਡੀਆਂ ਨੂੰ ਮਜ਼ਬੂਤੀ ਦੇਣ ਵਾਸਤੇ। ਤਾਂ ਉਹਦੇ 'ਚ ਫਿਰ ਅਸੀਂ ਉਸ ਹਿਸਾਬ ਨਾਲ ਜਿਹੜਾ ਰਿਕਮੈਂਡ ਕਰ ਰਹੇ ਹਾਂ ਕਿ ਆਪਾਂ ਜਿਹੜਾ ਹਾਈ ਕੈਲਸ਼ੀਅਮ ਡਾਈਟ ਅਗਰ ਲੈਣੀ ਹੈ ਤਾਂ ਉਹ ਪੌਦਿਆਂ 'ਤੇ ਆਧਾਰਿਤ ਲਈਏ। ਤਾਂ ਪੌਦਿਆਂ 'ਤੇ ਆਧਾਰਿਤ ਜਿਹੜੀ ਡਾਈਟ ਹੈ ਸਾਡੇ ਜੋੜਾਂ ਨੂੰ, ਹੱਡੀਆਂ ਨੂੰ ਮਜ਼ਬੂਤ ਕਰਨ ਵਾਲੀ, ਉਹਦੇ ਅੰਦਰ ਤਿਲ ਨੇ, ਅਲਸੀ ਹੈ, ਚੀਆ ਸੀਡਸ ਨੇ, ਮਖਾਣੇ ਹੈ, ਜਾਂ ਜਿੰਨੇ ਵੀ ਜਿੱਥੇ ਫਾਈਬਰ ਹੈ, ਸਖਤ ਚੀਜ਼ ਹੈ, ਅਨਾਜ ਨੇ, ਦਾਲਾਂ ਨੇ, ਜਿੱਥੇ ਰੇਸ਼ਾ ਹੈ, ਉਹਦੇ ਅੰਦਰ ਜਿਹੜਾ ਹੈਗਾ ਉਹ ਕੈਲਸ਼ੀਅਮ ਹੈ ਉਹਦੇ ਅੰਦਰ। ਉਹ ਕੈਲਸ਼ੀਅਮ ਚਾਹੀਦਾ ਸਾਨੂੰ। ਜਿਹੜੇ ਅਸੀਂ ਸਖਤ ਚੀਜ਼ਾਂ ਚੱਬਦੇ ਹਾਂ, ਦਾਣੇ ਚੱਬ ਲਏ, ਕੋਈ ਵੀ ਚੀਜ਼ ਜਿਹੜੀ ਪੌਦਿਆਂ 'ਤੇ ਆਧਾਰਿਤ ਹੈ ਲੇਕਿਨ ਸਖਤੀ 'ਚ ਉਹ ਅਤੇ ਛਿਲਕੇ ਸਮੇਤ ਹੈ, ਉਹ ਸਾਰੀ ਦੀ ਸਾਰੀ ਜਿਹੜੀ ਕਿਤੇ ਨਾ ਕਿਤੇ ਉਹਦੇ ਅੰਦਰ ਕੈਲਸ਼ੀਅਮ ਹੁੰਦਾ। ਵੈਸੇ ਤਾਂ ਕੈਲਸ਼ੀਅਮ ਲਗਭਗ ਸਾਰੇ ਫੂਡ 'ਚ ਹੀ ਹੈਗਾ, ਕਿਤੇ ਨਾ ਕਿਤੇ ਪਲਾਂਟ ਫੂਡ 'ਚ ਵੀ, ਲੇਕਿਨ ਜ਼ਿਆਦਾ ਕੈਲਸ਼ੀਅਮ ਦੀਆਂ ਸੋਰਸਿਸ ਜਿਹੜੀਆਂ ਨੇ ਇਹ ਨੇ ਤਿਲ, ਅਲਸੀ, ਚੀਆ ਸੀਡਸ, ਮਖਾਣੇ, ਤੁਹਾਡੇ ਨਟਸ ਜਿਹੜੇ ਨੇ, ਡਰਾਈ ਫਰੂਟਸ ਕਹਿ ਦਿੰਦੇ ਆਪਾਂ ਜਿਹਨੂੰ, ਅਤੇ ਬਾਕੀ ਦਾਲਾਂ ਅਤੇ ਅਨਾਜ ਤਾਂ ਹੈ ਹੀ ਨੇ, ਦਾਲਾਂ ਅਤੇ ਅਨਾਜ 'ਚ ਵੀ ਹੈ। ਤਾਂ ਜੋ ਜਿਹੜਾ ਪਲਾਂਟ ਬੇਸਡ ਫੂਡ ਹੈ ਜਿਹੜਾ ਉਹਦਾ ਕੈਲਸ਼ੀਅਮ ਜਿਹੜਾ ਉਹਨੂੰ ਸਾਨੂੰ ਪ੍ਰੈਫਰ ਕਰਨਾ। ਗੋਲੀ ਦਾ ਕੈਲਸ਼ੀਅਮ ਅਤੇ ਦੁੱਧ ਦਾ ਕੈਲਸ਼ੀਅਮ, ਇਹ ਦੋਨੋਂ ਕੈਲਸ਼ੀਅਮ ਜਿਹੜੇ ਨੇ ਉਹ ਸਿੱਧ ਹੋ ਰਿਹਾ ਕਿ ਦੋਨੋਂ ਕੈਲਸ਼ੀਅਮ ਜਿਹੜੇ ਨੇ ਗਲਤ ਥਾਂ 'ਤੇ ਜਾ ਕੇ ਜੰਮਦੇ ਆ। ਤਾਂ ਇੱਕ ਤਾਂ ਇਹ ਕਿ ਕੈਲਸ਼ੀਅਮ ਦਾ ਵਰਤਾਰਾ ਹੋ ਗਿਆ। ਦੂਜੀ ਗੱਲ ਹੈ ਜੇ ਆਪਾਂ ਉਸ ਤੋਂ ਅੱਗੇ ਆ ਜਾਈਏ ਕਿ ਜਿਹੜੀ ਜੋੜਾਂ, ਪੱਠਿਆਂ ਅਤੇ ਹੱਡੀਆਂ ਦੀਆਂ ਜਿਹੜੀਆਂ ਦਿੱਕਤਾਂ ਨੇ ਉਹ ਕਿੱਦਾਂ ਦੀਆਂ ਦਿੱਕਤਾਂ ਨੇ। ਕਈ ਕਿਸਮ ਦੀਆਂ ਦਿੱਕਤਾਂ ਨੇ, ਕਈ ਕਿਸਮ ਦੀਆਂ ਬਿਮਾਰੀਆਂ ਨੇ। ਕੁਛ ਤਾਂ ਹੈਗੀਆਂ ਨੇ ਜਿਹੜੀਆਂ ਕਿ ਜਿਹਦੇ ਸੋਜਾ ਆਉਂਦਾ, ਮਤਲਬ ਸੋਜਿਸ਼ ਜਿਹੜੀ ਹੈ ਉਹ ਪ੍ਰਧਾਨ ਹੁੰਦੀ ਹੈ, ਜਿਹਦੇ 'ਚ ਕਿ ਆਪਾਂ ਮਤਲਬ ਕਹਿ ਲਓ ਰੋਮੇਟਾਇਡ ਆਰਥਰਾਈਟਿਸ ਹੈ, ਗਠੀਆ ਰੋਮੇਟਾਇਡ ਆਰਥਰਾਈਟਿਸ ਹੈ, ਫਿਰ ਗਾਊਟ ਹੈ, ਯੂਰਿਕ ਐਸਿਡ ਜ਼ਿਆਦਾ ਕਰਕੇ ਉਹਦੇ 'ਚ ਵੀ ਸੋਜਿਸ਼ ਆਉਂਦੀ ਹੈ। ਕੁਛ ਵਾਇਰਲ ਫੀਵਰਸ ਨੇ ਜਿਹਦੇ ਅੰਦਰ ਸੋਜਿਸ਼ ਆਉਂਦੀ ਹੈ, ਕੁਛ ਬੈਕਟੀਰੀਅਲ ਫੀਵਰ ਨੇ ਜਿਹੜੇ ਅੰਦਰ ਸੋਜਿਸ਼ ਆਉਂਦੀ ਹੈ। ਇਹਦਾ ਮਤਲਬ ਹੈ ਕਿ ਜਿੱਥੇ ਕਿ ਜੋੜਾਂ ਦੇ ਵਿੱਚ ਜਾਂ ਪੱਠਿਆਂ 'ਚ ਸੋਜਿਸ਼ ਆ ਗਈ, ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਇਹ ਸੋਜੇ ਦੀਆਂ ਬਿਮਾਰੀਆਂ ਨੇ। ਕੁਛ ਬਿਮਾਰੀਆਂ ਨੇ ਜਿਹੜੀਆਂ ਕਿ ਜਿਹਦੇ 'ਚ ਕਿ ਹੱਡੀਆਂ ਘਸ ਜਾਂਦੀਆਂ ਨੇ, ਜਿਵੇਂ ਜੇ ਮੋਟਾ ਬੰਦਾ ਹੈ ਉਹਦੇ ਗੋਡਿਆਂ 'ਤੇ ਜ਼ਿਆਦਾ ਜ਼ੋਰ ਪਾਈ ਜਾਵਾਂਗੇ ਅਤੇ ਗੋਡਿਆਂ ਦੀਆਂ ਹੱਡੀਆਂ ਘਸ ਜਾਣਗੀਆਂ, ਉਹਨੂੰ ਅਸੀਂ ਕਹਿ ਦਿੰਦੇ ਹਾਂ ਆਸਟੀਓ ਆਰਥਰਾਈਟਿਸ। ਸੋ ਰੋਮੇਟਾਇਡ ਆਰਥਰਾਈਟਿਸ ਹੋ ਗਈ, ਇੱਕ ਗਾਊਟ ਹੋ ਗਿਆ, ਇਹ ਤਾਂ ਹੋ ਗਈਆਂ ਸੋਜੇ ਵਾਲੀਆਂ ਬਿਮਾਰੀਆਂ। ਇੱਕ ਹੋ ਗਿਆ ਜਿਹੜਾ ਬਿਮਾਰੀਆਂ ਜਿਹੜੇ ਜੋੜ ਘਸ ਜਾਂਦੇ ਆ, ਗੋਡੇ ਘਸ ਗਏ, ਗੋਡੇ ਬਦਲਾ ਲਓ। ਹੁਣ ਅੱਜ ਕੱਲ੍ਹ ਹਿੱਪ ਜੁਆਇੰਟ ਕੁੱਲੇ ਵੀ ਘਸਣ ਲੱਗ ਗਏ ਆ, ਕੁੱਲੇ ਬਦਲਾ ਲਓ। ਫਿਰ ਰੀੜ੍ਹ ਦੀ ਹੱਡੀ ਜਿਹੜੀ ਆ ਉਹ ਪਿੱਛੋਂ ਘਸ ਜਾਂਦੇ ਆ, ਮਣਕੇ ਘਸ ਜਾਂਦੇ ਆ, ਤਾਂ ਉਹ ਕਹਿੰਦੇ ਉਹਦਾ ਆਪਰੇਸ਼ਨ ਕਰਾਓ, ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਕਰਾਓ।
गर्दन ਦੀਆਂ ਹੱਡੀਆਂ ਕੱਸ ਗਈਆਂ ਤਾਂ ਅਸੀਂ ਕਹਿੰਦੇ ਆ ਸਰਵਾਈਕਲ ਹੋ ਗਈ। ਇਹ ਤਾਂ ਜ਼ਿਆਦਾ ਜੋੜ ਨੇ ਜਿਹੜੇ, ਵੈਸੇ ਬਾਕੀ ਜੋੜਾਂ 'ਚ ਵੀ ਦਿੱਕਤਾਂ ਹੈਗੀਆਂ ਨੇ, ਲੇਕਿਨ ਇਹ ਜੋੜ ਜ਼ਿਆਦਾ ਮਾਰਚ ਆਉਂਦੇ ਆ। ਇਹ ਜੋੜ ਜ਼ਿਆਦਾ ਮਾਰਚ ਆਉਣ ਦੇ ਕੁਛ ਕਾਰਨ ਨੇ। ਜਿੱਦਾਂ ਗੋਡੇ ਨੇ ਉਦਾਹਰਨ ਦੇ ਤੌਰ 'ਤੇ ਆਪਾਂ ਗੋਡੇ ਸਭ ਤੋਂ ਪਹਿਲਾਂ ਲੈ ਲਈਏ ਤਾਂ ਗੋਡੇ ਜਿਹੜੇ ਨੇ ਇਹ ਘਸਣ ਵਾਲੀ ਅਵਸਥਾ ਇਹਨਾਂ ਦੀ ਜ਼ਿਆਦਾ ਹੁੰਦੀ ਹੈ। ਕਿਉਂ? ਕਿਉਂਕਿ ਗੋਡਾ ਜਿਹੜਾ ਇਹ ਹੱਡੀ ਦੇ ਉੱਪਰ ਹੱਡੀ ਰੱਖੀ ਹੋਈ ਹੈ, ਥੱਲੇ ਦੋ ਹੱਡੀਆਂ ਨੇ, ਗੋਡੇ ਤੋਂ ਥੱਲੇ ਉੱਪਰ ਇੱਕ ਹੱਡੀ ਹੈ, ਦੋਨੋਂ ਇੱਕ ਦੂਜੇ ਦੇ ਉੱਪਰ ਐਂ ਕਰਕੇ ਰੱਖੀਆਂ ਹੋਈਆਂ ਨੇ। ਆਸੇ ਪਾਸਿਓਂ ਕੋਈ ਸਪੋਰਟ ਨਹੀਂ ਹੈ ਸਿਵਾਏ ਪੱਠਿਆਂ ਦੇ। ਤਾਂ ਜਦੋਂ ਉਹ ਕੁਦਰਤ ਨੂੰ ਇੱਦਾਂ ਬਣਾਉਣਾ ਪਿਆ, ਕਿਉਂਕਿ ਉਹਦੇ ਬਿਨਾਂ ਗੋਡੇ ਦੀ ਫੰਕਸ਼ਨਿੰਗ ਪ੍ਰੋਪਰ ਨਹੀਂ ਹੋ ਸਕਦੀ ਸੀ। ਜਿਸ ਹਿਸਾਬ ਨਾਲ ਗੋਡਾ ਉਹਨੇ ਚਲਾਉਣਾ ਸੀ, 2 ਲੱਤਾਂ 'ਤੇ ਖੜਾ ਕਰਨਾ ਸੀ ਕੁਦਰਤ ਨੇ ਸਾਨੂੰ। ਜਦੋਂ ਅਸੀਂ 4 ਲੱਤਾਂ ਤੋਂ 2 ਲੱਤਾਂ 'ਤੇ ਖੜੇ ਹੋਏ ਤਾਂ ਇਹ ਸਾਰੀ ਚੇਂਜ ਹੋ ਗਈ ਕਿ ਉੱਦਾਂ ਬਣ ਗਿਆ ਸਾਰਾ। 4 ਲੱਤਾਂ 'ਤੇ ਕੋਈ ਬਰਡਨ ਨਹੀਂ ਸੀ ਪੈਂਦਾ ਕਿਉਂਕਿ ਭਾਰ ਵੰਡਿਆ ਜਾਂਦਾ ਸੀਗਾ। ਲੇਕਿਨ 2 ਲੱਤਾਂ 'ਤੇ ਜਦੋਂ ਅਸੀਂ ਆ ਗਏ ਤਾਂ ਉਹ ਭਾਰ ਜਿਹੜਾ ਉਹ ਸਾਰਾ ਦਾ ਸਾਰਾ ਭਾਰ ਜਿਹੜਾ ਗੋਡਿਆਂ 'ਤੇ ਆ ਗਿਆ। ਅਤੇ ਗੋਡੇ ਜਿਹੜੇ ਨੇ ਇਸ ਕਰਕੇ ਸਭ ਤੋਂ ਪਹਿਲਾਂ ਮਾਰਚ ਆਉਂਦੇ ਆ। ਤਾਂ ਹੀ ਆਪਾਂ ਗੋਡੇ ਬਦਲਾਉਣ ਵਾਲਾ ਵਰਤਾਰਾ ਆ ਰਿਹਾ ਜਿਹੜਾ ਬਹੁਤ ਜ਼ਿਆਦਾ, ਜਿਹਦੀ ਆਪਾਂ ਗੱਲ ਕਰਾਂਗੇ ਗੋਡਿਆਂ ਵੇਲੇ। ਤਾਂ ਗੋਡਿਆਂ ਦਾ ਵਰਤਾਰਾ ਇੱਕ ਹੈ। ਦੂਜਾ, ਅਗਰ ਅੱਜ ਕੱਲ੍ਹ ਜਿਹੜੇ ਕੁੱਲਿਆਂ ਦਾ ਹੋਣ ਲੱਗ ਗਿਆ, ਏਵਾਸਕੂਲਰ ਨੈਕਰੋਸਿਸ ਜਿਹੜਾ ਨੈਕ ਫੀਮਰ ਦਾ ਹੋਣ ਲੱਗ ਗਿਆ, ਤਾਂ ਉਹਦੀ ਕੋਈ ਕਿਸੇ ਨੂੰ ਸਮਝ ਨਹੀਂ ਆ ਰਹੀ। ਲੇਕਿਨ ਜ਼ਿਆਦਾ ਸੰਭਾਵਨਾ ਇਹੀ ਹੈ ਕਿ ਉਹ ਮੂਵਮੈਂਟ ਬਹੁਤ ਘੱਟ ਗਈ ਹੈ। ਉਦਾਹਰਨ ਦੇ ਤੌਰ 'ਤੇ ਚੌਕੜੀ ਮਾਰਨੀ ਬੰਦ ਕਰਤੀ ਅਸੀਂ। ਚੌਕੜੀ ਜਦੋਂ ਮਾਰਦੇ ਸੀ ਤਾਂ ਕੁੱਲੇ ਜਿਹੜੇ ਸੀ ਐਂ ਹੋ ਜਾਂਦੇ ਸੀਗੇ। ਫਿਰ ਅਸੀਂ ਕਦੀ ਐਂ ਕਰਦੇ ਸੀ, ਕਦੀ ਐਂ ਕਰਦੇ ਸੀ, ਕੁਛ ਕਰਦੇ ਸੀ ਅਸੀਂ ਉੱਦਾਂ। ਜਾਂ ਜਦੋਂ ਗੇਮਾਂ ਖੇਡਦੇ ਸੀ, ਕੋਈ ਕਬੱਡੀ ਖੇਡਦਾ ਸੀ, ਕੋਈ ਕੁਸ਼ਤੀ ਕਰਦਾ ਸੀ, ਤਾਂ ਉਹ ਮੂਵਮੈਂਟ ਬਹੁਤ ਹੁੰਦੀ ਸੀ। ਅੱਜ ਕੁੱਲੇ ਦੀ ਮੂਵਮੈਂਟ ਹੀ ਹੈ ਨਹੀਂ ਕੋਈ। ਕੁੱਲੇ ਦੀ ਮੈਨੂੰ ਦੱਸੋ ਕੀ ਮੂਵਮੈਂਟ ਹੈ? ਕੁੱਲਾ ਜਿਹੜਾ ਸਾਡਾ ਹੈ ਇੱਥੋਂ ਹਿੱਪ ਜੁਆਇੰਟ ਹੈ, ਅਸੀਂ ਆਰਾਮ ਜੇ ਨਾਲ ਤੁਰਦੇ ਹਾਂ, ਨਾ ਤਾਂ ਭੱਜਦੇ ਤਾਂ ਹੈ ਨਹੀਂ। ਅਸੀਂ ਬੋਡੀਆਂ ਘੱਟ ਭੱਜਦੇ ਨਹੀਂ ਹੈ, ਸਾਈਕਲਿੰਗ ਨਹੀਂ ਕਰਦੇ। ਤਾਂ ਉਹ ਕੀ ਨੈਟ ਰਿਜ਼ਲਟ ਉਹਦਾ ਕੀ ਹੋ ਗਿਆ ਕਿ ਉਹ ਕੁੱਲਾ ਉੱਥੋਂ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ। ਔਰ ਉੱਥੋਂ ਜਿਹੜੀ ਹੱਡੀ ਹੁੰਦੀ ਹੈ ਵਿੱਚ ਉਹਦੀ ਨੈਕ ਫੀਮਰ, ਉਹ ਚੁੱਪ ਚੁਪੀਤੇ ਹੀ ਕੱਸਣੀ ਸ਼ੁਰੂ ਹੋ ਜਾਂਦੀ ਹੈ। ਔਰ ਬੰਦਾ ਜਿਹੜਾ ਰਹਿ ਜਾਂਦਾ, ਯੰਗ ਬੱਚੇ ਵੀ ਹੋਈ ਜਾ ਰਿਹਾ। ਹੋਰ ਵੀ ਉਹਦੇ 'ਚ ਕਾਰਨ ਹੋ ਸਕਦੇ, ਆਟੋਮਿਊਨ ਵੀ ਹੋ ਸਕਦੀ ਹੈ। ਆਟੋਮਿਊਨ ਅੱਜ ਕੱਲ੍ਹ ਜ਼ਿਆਦਾ ਵੱਧ ਰਹੀਆਂ ਨੇ, ਉਹਦੀ ਵੀ ਆਪਾਂ ਗੱਲ ਕਰਾਂਗੇ। ਤਾਂ ਇਹ ਗੱਲ ਜਿਹੜੀ ਹੋ ਗਈ ਕਿ ਇਹ ਜਿਹੜੇ ਕਸਾਈ ਵਾਲੇ ਜਿਹੜੇ ਨੇ ਇਹ ਗੋਡੇ ਅਤੇ ਫਿਰ ਰੀੜ੍ਹ ਦੀ ਹੱਡੀ ਜਿਹੜੀ ਲੰਬਰ L4 L5 ਅੱਜ ਬੜਾ L4 L5 ਮਸ਼ਹੂਰ ਹੋਇਆ। ਉੱਧਰੋਂ C4 C5 ਅਤੇ L4 L5 ਗਰਦਨ ਹੋ ਗਈ ਤਾਂ ਜਿਹੜੀ ਉਹ ਗਰਦਨ ਦੀ ਹੱਡੀ ਦੀ ਕਸਾਈ ਹੋਈ ਵੀ ਹੈ। ਜੇ ਪਿੱਠ ਹੋ ਗਈ ਤਾਂ ਲੰਬਰ ਰੀਜਨ ਦੀ ਪਿੱਠ ਦੀ ਕਸਾਈ ਹੋਈ ਵੀ ਹੈ। ਤਾਂ ਇਹ ਕਸਾਈ ਵਾਲੀਆਂ ਬਿਮਾਰੀਆਂ ਜਿਹੜੀਆਂ, ਜਿਹਨੂੰ ਆਸਟੀਓਆਰਥਰਾਈਟਿਸ ਕਹਿੰਦੇ ਆਪਾਂ, ਉਹ ਜ਼ਿਆਦਾ ਕਾਮਨ ਹੈ। ਜਿਹੜੀ ਗਰਦਨ, ਪਿੱਠ, ਗੋਡੇ ਅਤੇ ਜਾਂ ਆਪਣਾ ਹੁਣ ਲਾ ਲਓ ਵੀ ਜਿਹੜੇ ਕੁੱਲੇ ਕਿਤੇ ਨਾ ਕਿਤੇ। ਮੋਢੇ ਵੀ ਜਾਮ ਹੋਣ ਲੱਗੇ ਲੋਕਾਂ ਦੇ, ਮੋਢੇ ਬਹੁਤ ਜਾਮ ਹੁੰਦੇ ਆ। ਮੋਢੇ ਜਾਮ ਹੋਣ ਦਾ ਦੇਖੋ ਕਿੰਨਾ ਜ਼ਿਆਦਾ ਵਰਤਾਰਾ ਹੋ ਗਿਆ ਕਿ ਮੋਢਾ ਹੀ ਜਾਮ ਹੈ ਜੀ, ਮੋਢੇ ਚੱਲਦਾ ਹੀ ਨਹੀਂ ਹੈ। ਮੋਢਾ ਇਸ ਕਰਕੇ ਜਾਮ ਹੋ ਗਿਆ ਵੀ ਆਹ ਜਿਹੜੀ ਉੱਪਰ ਚੱਲ ਜਾਣ ਵਾਲੀ ਮੂਵਮੈਂਟ ਕਿੱਥੇ ਹੈ। ਪਹਿਲਾਂ ਆਪਾਂ ਪੱਠੇ ਚੁਕਾਉਂਦੇ ਸੀਗੇ, ਕੋਈ ਉਹ ਕਰਦੇ ਹੁੰਦੇ ਸੀਗੇ ਤਾਂ ਚੱਕ ਕੇ ਭਾਰ ਚੱਕ ਕੇ ਕਿਹਨੂੰ ਕਹਿੰਦੇ ਡੰਡ ਕੱਢਣੇ PT ਕਰਦੇ ਹੁੰਦੇ ਸੀਗੇ। ਤਾਂ ਉਹ ਮੂਵਮੈਂਟ ਬੰਦ ਹੋ ਗਈ। ਹੁਣ ਮੋਢੇ ਜਾਮ ਹੋਣੇ ਸ਼ੁਰੂ ਹੋ ਗਏ, ਮੋਢਾ ਜਾਮ ਸ਼ੁਰੂ ਗਿਆ। ਹੁਣ ਈਵਨ ਮੂੰਹ ਦਾ ਜਿਹੜਾ ਆਹ ਜੋੜ ਹੈ ਇਹਦੀ ਵੀ ਤਕਲੀਫ ਹੋਣੀ ਸ਼ੁਰੂ ਹੋ ਗਈ ਲੋਕਾਂ ਨੂੰ, ਟੈਂਪਰੋਮੈਂਡੀਬੁਲਰ ਜੁਆਇੰਟ। ਕਿਉਂ? ਕਿਉਂਕਿ ਨਾ ਤਾਂ ਅਸੀਂ ਖੁੱਲ੍ਹ ਕੇ ਹੱਸਦੇ ਹਾਂ, ਨਾ ਹੀ ਚੀਜ਼ਾਂ ਚੱਬਦੇ ਹਾਂ। ਚਬਾਉਣ ਵਾਲੀਆਂ ਚੀਜ਼ਾਂ ਵੀ ਘੱਟ ਗਈਆਂ ਅਤੇ ਖੁੱਲ੍ਹ ਕੇ ਹੱਸਣਾ ਵੀ ਬੰਦ ਹੋ ਗਿਆ। ਜ਼ਿਆਦਾ ਖੁੱਲ੍ਹ ਕੇ ਹੱਸਣ 'ਚ ਵਰਜਿਸ਼ ਹੁੰਦੀ ਸੀ ਇਹਦੀ, ਜਾਂ ਚਬਾਉਣ 'ਚ ਵਰਜਿਸ਼ ਹੁੰਦੀ ਸੀ। ਨਾ ਤਾਂ ਗੰਨਾ ਚੱਬਦੇ ਹਾਂ ਅਸੀਂ, ਚੂਪਦੇ ਹਾਂ ਗੰਨਾ, ਛੋਲੇ ਚੱਬਣੇ, ਗੰਨਾ ਚੱਬਣਾ, ਬੋਰ ਦਾਣੇ ਚੱਬਣ ਵਾਲੀਆਂ ਚੀਜ਼ਾਂ ਬਹੁਤ ਸੀਗੀਆਂ ਸਖਤ। ਅਤੇ ਹੋਰ ਉੱਚੀ ਰੌਲਾ ਪਾਉਣਾ, ਚੀਕ ਝਾੜਾ ਪਾਉਣਾ, ਕੋਈ ਉੱਚੀ ਆਵਾਜ਼ਾਂ ਮਾਰਨੀਆਂ। ਉਹ ਹੌਲੀ ਬੋਲਦੇ ਆ ਲੋਕ ਅਤੇ ਹੱਸਦੇ ਨਹੀਂ, ਖੁੱਲ੍ਹ ਕੇ ਹੱਸਦੇ ਵੀ ਨਹੀਂ, ਹਾ ਕਰਕੇ ਹੱਸਦੇ ਸੀ। ਉਹਦੇ 'ਚ ਵੀ ਵਰਜਿਸ਼ ਹੋ ਜਾਂਦੀ ਸੀ। ਤਾਂ ਉਹ ਜਿਹੜਾ ਕਿਤੇ ਨਾ ਕਿਤੇ ਇਹਦੀ ਵੀ ਪ੍ਰੋਬਲਮ ਹੋਣ ਲੱਗ ਗਈ ਹੁਣ ਇਸ ਜੋੜ ਦੀ ਵੀ। ਗਵਾਰ ਹੈ ਜੀ, ਉੱਚੀ ਹੱਸ ਰਹੇ ਨੇ ਜੀ ਫਲਾਣਾ। ਪਰ ਇੱਕ ਗੱਲ ਹੋਰ ਹੈ ਡਾਕਟਰ ਸਾਹਿਬ, ਜੋ ਸੁਰ ਕਰਕੇ ਚਾਹ ਪੀਣ ਦਾ ਨਜ਼ਾਰਾ ਸੀ ਨਾ, ਉਹ ਦੂਜੀ ਚਾਹ 'ਤੇ ਨਜ਼ਾਰਾ ਨਹੀਂ ਆਉਂਦਾ। ਉਹ ਪੰਜਾਬੀਆਂ ਦਾ ਮਸ਼ਹੂਰ ਹੈ ਕਿ ਅਸੀਂ ਤਾਂ ਕਾਨਫਰੰਸਾਂ 'ਚ ਜਾਂਦੇ ਹਾਂ ਨਾ, ਅਤੇ ਸਾਨੂੰ ਆਪਣਾ ਕਮਰਾ ਲੱਭਣ 'ਚ ਕੋਈ ਦਿੱਕਤ ਨਹੀਂ ਆਉਂਦੀ। ਉੱਥੇ ਹਾ ਕਰੀ ਕਰ ਰਹੇ ਹੁੰਦੇ ਉਹ ਦੂਜੇ ਪਾਸੇ ਕਿਸੇ ਆਵਾਜ਼ ਨਹੀਂ ਆ ਰਹੀ ਹੁੰਦੀ ਵੀ ਤੁਸੀਂ ਆਪਣਾ ਕਮਰਾ ਤੁਹਾਨੂੰ ਦੇਖਣ ਦੀ ਲੋੜ ਨਹੀਂ ਪੈਂਦੀ ਕਿਹੜੇ ਕਮਰੇ 'ਚ ਵੜਨਾ, ਤੁਸੀਂ ਚੁੱਪ ਕਰਕੇ ਵੜ ਜਾਓ, ਜਿੱਥੇ ਹਾ ਕਰਕੇ ਕਰਦੇ ਹੁਣ ਉੱਥੇ ਵੜ ਜਾਓ। ਅਤੇ ਉਹ ਪੰਜਾਬੀਆਂ ਨੂੰ ਉੱਚੀ ਬੋਲਣ ਦੀ ਆਦਤ ਹੈਗੀ ਆ, ਤਾਂ ਉਹ ਉੱਚੀ ਬੋਲਦੇ ਆ, ਹੱਸਦੇ ਵੀ ਉੱਚੀ ਆ। ਲੇਕਿਨ ਫਿਰ ਵੀ ਬਹੁਤ ਘੱਟ ਗਿਆ। ਹਾਲੇ ਅਜੇ ਗਿਆ ਨਹੀਂ, ਲੇਕਿਨ ਜੋ ਪਹਿਲਾਂ ਹੁੰਦਾ ਸੀ ਉਹਦੇ ਮੁਕਾਬਲੇ 'ਚ ਬਹੁਤ ਘੱਟ ਗਿਆ।
तो इस करके सारा कुछ वरतारा जिहड़ा आपां कीता, जिहड़ा लाइफ स्टाइल बदलिया, जिहड़ा आपां खाण पीण बदलिया, ये सारा कुछ रल मिल के कुछ जहरां ने बहुत हड्डियां कमज़ोर कीतियां, पट्ठे कमज़ोर कीते, जे साडी हवा भी जहरीली हो गई, पानी भी जहरीला हो गया, वो भी जहरीला हो गया, मिट्टी धुप्प च नहीं जाते, तो कुछ डॉक्टरां ने काम बड़ा खराब किया। देखो बड़े अजीब इन्होंने कुछ तो इंडस्ट्री ने किया, जिहड़ियां हो लैटरिनां लियांदियां जिहड़ियां वैसटर्न, तो सारा जिहड़ा लाइफ स्टाइल लियांदा वो थल्ले बैठण वाला है ही नहीं, उखड़ू मार के पोचा मारना तां थल्ले बैठ के मारदे हुंदे सीगे, वो भी बंद हो गया। हुण तां पोचा भी स्टैंडिंग आ गया, किचन स्टैंडिंग आ गई। पहलां पैरां भार बैठ के रोटी बनाउंदे हुंदे सीगे, ते पैरां भार बैठना तां जिन्ना चिर मर्जी बिठाई रखो पैरां भार, वो कोई गल ही नहीं सी हुंदी खास। तो ये सारा का सारा वरतारा जी लाइफ स्टाइल चेंज हुई, असीं बिना सोचे समझे अपना चेंज कर लिया सारा कुछ, तो अपने गल जड़ियां ने वो मुसीबतां पा लियां। तो फिर जिहड़ा असीं खेती दे अंदर जहर लिआंदे, फिर खाण पीण दे विच जहर पाए, ये सारे कुछ सारा रल मिल के एक ऐसा अपने आले दुआले एक बन गया माहौल कि आपां बीमारियां नूं जिहनूं कहंदे सद्दा दे रहे हैं। साडी बीमारियां जिहड़ियां ने वो चुंबक वांगू बीमारियां खिੱਚਦਾ साडा शरीर। हालांकि कुदरत ने इहनूं बनाया सी उल्टा, कुदरत ने इहदी जो बनतर बनाई शरीर की, तो वो इदां दी बनाई कि ये बीमारियां नूं धक्कदी सी बाहर नूं, बीमार नहीं सी हुंदा। तो वो हुण उल्टा हो गया कि शरीर जिहड़ा बीमारियां नूं खिੱਚਦਾ। वो सारे ਉਹਦੇ ਚ बहुत सारे फैक्टर ने ਜਿਹੜੇ कि लागू होए, ਜਿਹੜੇ कि ਆਪਾਂ ਅੱਗੇ ਉਹਦਾ ਜਦੋਂ ਕੱਲੇ चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप इस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। 70 बेड का यह हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से खुद ही लड़ना है, यानी कि अपना डॉक्टर खुद बनना है। बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। बीमारी की गल करांगे तो उन्होंने किवें काउंटर करना सी, हुण ਉਹ ਇਹਨੇ ਉਹਦੇ 'ਚ ਸਾਰੀਆਂ ਗੱਲਾਂ ਦਾ ਜਿਹੜਾ ਆਏਗਾ ਕਿ ਆਹ ਅਸੀਂ ਗਲਤੀ ਕੀਤੀ, ਹੁਣ ਇਹਦਾ ਅਸੀਂ ਆਹ ਕਰਾਂਗੇ ਤਾਂ ਇਹਦਾ ਉਹਨੂੰ ਅਸੀਂ ਵਾਪਸ ਲਿਆ ਸਕਦੇ ਹਾਂ। ਤਾਂ ਇਹ ਜਿਹੜਾ ਮੋਟਾ ਆਪਣਾ ਹੋ ਗਿਆ ਜੋੜਾਂ ਦਾ ਜਿਹੜਾ ਹੈ ਕਿ ਰੂਮੇਟਾਇਡ ਆਰਥਰਾਈਟਿਸ ਸਭ ਤੋਂ ਕਾਮਨ ਜਿਹੜਾ ਗਠੀਆ ਉਹ ਬਹੁਤ ਹੀ ਕ੍ਰਿਪਲਿੰਗ ਹੈ, ਬਹੁਤ ਜ਼ਿਆਦਾ ਉਹਦੇ ਅੰਦਰ ਜੋੜ ਖਰਾਬ ਹੁੰਦੇ ਆ। ਗੋਡਿਆਂ ਦਾ ਜਿਹੜਾ ਆਸਟੀਓਆਰਥਰਾਈਟਿਸ ਹੋ ਗਿਆ, पिठ की ऑस्टियोआर्थराइटिस हो गई, गर्दन की ऑस्टियोआर्थराइटिस हो गई, टैंपरोमैंडिबुलर जॉइंट की ऑस्टियोआर्थराइटिस बहुत होने लग गई है, ये हो गई। मोढे जाम हो गए, तो ये आम जी। तो जो तुम गल कर रहे थे फाइब्रोमैल्जिया तो जिहनूं कहंदे आ क्रोनिक फटीग सिंड्रोम, ये मसल जियां हो गई। क्रोनिक फटीग सिंड्रोम तो फाइब्रोमैल्जिया। क्रोनिक फटीग सिंड्रोम का मतलब की है कि बंदा थक्या रहिंदा, ਤੁਹਾਡੇ ਪੱਠੇ ਜਿਹੜੇ ਨੇ ਉਹ ਐਂ ਕਰਨਗੇ ਵੀ ਜਿਵੇਂ ਮਤਲਬ ਜਾਨ ਪ੍ਰਾਣੀ ਹੈ ਨਹੀਂ ਉਹਨਾਂ 'ਚ, ਇੱਦਾਂ ਦੇ ਹੋ ਗਏ ਪੱਠੇ ਕਿ ਥੱਕੇ ਰਹਿਣਗੇ। ਅਤੇ ਫਾਈਬਰੋਮੈਲਜੀਆ ਦਾ ਮਤਲਬ ਹੈ ਕਿ ਇੱਧਰੋਂ ਵੀ ਦੁੱਖ ਗਿਆ, ਇੱਧਰੋਂ ਵੀ ਦੁੱਖ ਗਿਆ, ਖੱਬਿਓਂ ਦੁੱਖ ਗਿਆ, ਸੱਜਿਓਂ ਦੁੱਖ ਗਿਆ, ਕਦੀ ਪੱਟ ਦੁੱਖ ਗਿਆ, ਕਦੀ ਗੋਡਾ ਦੁੱਖ ਗਿਆ, ਕਦੀ ਫਾਈਬਰੋਮੈਲਜੀਆ। ਯਾਨੀ ਕਿ ਫਾਈਬਰੋਮੈਲਜੀਆ ਦਾ ਮਤਲਬ ਹੈ
कि ਜਿਹੜੇ ਤੁਹਾਡੇ ਜੋੜਾਂ ਦੇ ਆਲੇ ਦੁਆਲੇ ਟਿਸ਼ੂਜ਼ ਨੇ ਤੁਹਾਡਾ ਢਾਂਚਾ ਸਾਰਾ ਪੱਠੇ 'ਤੇ ਉਹ ਜਾਂ ਤਾਂ ਥੱਕੇ ਨੇ ਜਾਂ ਉਹ ਦਰਦ ਕਰ ਰਹੇ ਆ ਉਹ ਗਾਂਹ ਹੋ ਜਾਂਦਾ ਵੀ ਉਹ ਫਿਰ ਬੰਦਾ ਉਹਨੂੰ ਠੀਕ ਕਰ ਲਈ। ਇੰਨਾ ਜ਼ਿਆਦਾ ਕਾਮਨ ਹੋ ਗਿਆ ਕਿ ਅੱਜ ਜਣੇ ਖਣੇ ਨੂੰ ਹੈ। ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਓ ਵੀ ਤੇਰਾ ਸਰੀਰ ਥੱਕਿਆ ਰਹਿੰਦਾ, ਹਾਂ ਐਂ ਹੀ ਰਹਿੰਦਾ ਯਾਰ, ਵੀ ਤੂੰ ਹੱਡ ਪੈਰ ਟੁੱਟਦੇ ਰਹਿੰਦੇ ਆ। ਜਿਹਨੂੰ ਆਪਾਂ ਆਮ ਭਾਸ਼ਾ ਕਹਿੰਦੇ ਹੱਡ ਪੈਰ ਟੁੱਟਦੇ ਆ, ਹੱਡ ਪੈਰ ਤਾਂ ਰੋਜ਼ ਹੀ ਟੁੱਟਦੇ ਆ। ਜਿਹੜਾ ਕਿ ਕਦੀ ਵੀ ਵਰਤਾਰਾ ਨਹੀਂ ਸੀ ਉਹ ਹੱਡ ਪੈਰ ਟੁੱਟਣ ਵਾਲਾ। ਅੱਜ ਤੋਂ 40 ਸਾਲ ਪਹਿਲਾਂ ਦੇ ਬੰਦੇ ਨੂੰ ਪੁੱਛੋ ਵੀ ਤੇਰੇ ਹੱਡ ਪੈਰ ਟੁੱਟਦੇ, ਨਾ ਜੀ ਨੇੜੇ ਨਹੀਂ ਤੇੜੇ ਨਹੀਂ, ਹੱਡ ਪੈਰ ਕਿਉਂ ਟੁੱਟਣਗੇ? ਹੱਡ ਪੈਰ ਟੁੱਟਣ ਦੁਸ਼ਮਣਾਂ ਦੇ ਸਾਡੇ ਕਿਉਂ ਟੁੱਟਣਗੇ? ਤਾਂ ਉਹ ਗੱਲ ਮਤਲਬ ਹੁਣ ਅੱਜ ਜਣੇ ਖਣੇ ਦਾ। ਤਾਂ ਇਹ ਕਿਹੜਾ ਵਰਤਾਰਾ ਹੋ ਗਿਆ ਮਸਕੂਲੋਸਕੈਲੇਟਲ ਸਿਸਟਮ ਦੇ ਡਿਸਆਰਡਰ ਦਾ, ਇਹ ਬਹੁਤ ਹੀ ਕਾਮਨ ਹੋ ਗਿਆ। ਅਤੇ ਇਹਨੂੰ ਕਿੱਦਾਂ ਆਪਾਂ ਕਾਊਂਟਰ ਕਰਨਾ ਉਹਦੀ ਆਪਾਂ ਗੱਲ ਜਿਹੜੀ ਡਿਜ਼ੀਜ਼ ਵਾਈਜ਼ ਵੀ ਕਰਾਂਗੇ, ਲੇਕਿਨ ਆਪਾਂ ਜਨਰਲ ਪ੍ਰਿੰਸੀਪਲ ਦੀ ਗੱਲ ਵੀ ਕਰਾਂਗੇ ਅੱਜ ਕਿ ਸਾਰੀਆਂ ਬਿਮਾਰੀਆਂ ਜਿੰਨੀਆਂ ਵੀ ਮਸਕੂਲੋਸਕੈਲੇਟਲ ਦੀ ਸਿਸਟਮ ਦੀਆਂ ਬਿਮਾਰੀਆਂ ਨੇ ਉਹਦੇ 'ਚ ਆਪਾਂ ਕਰਨਾ ਕੀ ਆ ਅਤੇ ਉਹਨੂੰ ਆਪਾਂ ਕਾਊਂਟਰ ਕਿਵੇਂ ਕਰਨਾ, ਉਹਦੇ ਜਨਰਲ ਪ੍ਰਿੰਸੀਪਲ ਦੀ ਗੱਲ ਅੱਜ ਕਰ ਲੈਂਦੇ ਹਾਂ। ਡਿਜ਼ੀਜ਼ ਵਾਈਜ਼ ਫਿਰ ਗੱਲ ਆਪਾਂ ਜਿਹੜੀ ਆ ਉਹ ਥੋੜ੍ਹੀ ਕਿਉਂਕਿ ਉਹਦੇ 'ਚ ਜਿਹੜੀਆਂ ਨੇ ਦਵਾਈਆਂ ਆਉਣਗੀਆਂ, ਦਵਾਈਆਂ ਦੇਣੀਆਂ ਕੀ ਨੇ ਨਾਲ ਉਹਦੀ ਗੱਲ ਵੀ ਆਏਗੀ। ਤਾਂ ਇਹ ਹੋ ਗਏ ਮੋਟੇ ਜਿਹੜੇ ਨੇ ਸਾਡੇ ਜਿਹੜੇ ਹੱਡੀਆਂ ਅਤੇ ਪੱਠਿਆਂ ਦੀਆਂ। ਅਤੇ ਉਹਦੇ ਨਾਲ ਜਿਹੜੀ ਆਪਾਂ ਗੱਲ ਜਿਹੜੀ ਉਹਦੇ ਤੋਂ ਬੜਾ ਇਨਕੰਪਲੀਟ ਰਹਿ ਜਾਏਗੀ ਗੱਲ ਕਿ ਮਾਈਨਰ ਜੀ ਇੰਜਰੀਜ਼ ਨਾਲ ਵੀ ਫਰੈਕਚਰ ਹੋ ਜਾਂਦਾ। ਮਾੜਾ ਜਿਹਾ ਪੈਰ ਟਵਿਸਟ ਹੋਇਆ, ਚੱਲ ਫਰੈਕਚਰ। ਕੋਈ ਹੱਡੀਆਂ 'ਚ ਜਾਨ ਪ੍ਰਾਣੀ ਹੈ ਨਹੀਂ ਆ, ਜਾਂ ਕੀ ਹੋ ਗਿਆ ਲਿਗਾਮੈਂਟ ਪੁੱਲ ਹੋ ਗਿਆ। ਜੋੜਾਂ ਦੇ ਆਲੇ ਦੁਆਲੇ ਜਿਹੜੇ ਲਿਗਾਮੈਂਟ ਨੇ ਉਹ ਵੀ ਇੰਨੇ ਕਮਜ਼ੋਰ ਹੋ ਗਏ ਆ ਕਿ ਉਹ ਪੁੱਲ ਹੋ ਜਾਂਦਾ ਕੋਈ ਨਾ ਕੋਈ। ਹਾਂ, ਉਹ ਪੁੱਲ ਹੋ ਗਿਆ ਤਾਂ ਵੀ ਬੰਦਾ 15 ਦਿਨ ਮਹੀਨਾ ਜਿਹੜਾ ਉਹ ਆਪਣੇ ਕੰਮ ਕਾਰ ਤੋਂ ਜਾਂਦਾ। ਤਾਂ ਉਹ ਸਾਰਾ ਕਿਤੇ ਨਾ ਕਿਤੇ ਵਰਤਾਰਾ ਹੈਗਾ ਜਿਹੜਾ ਆਮ ਦੇਖਣ 'ਚ ਆ ਰਿਹਾ ਕਿ ਹੱਡੀਆਂ ਸਾਡੀਆਂ ਇੰਨੀਆਂ ਕਮਜ਼ੋਰ ਹੋ ਗਈਆਂ ਨੇ ਕਿ ਬਜ਼ੁਰਗਾਂ ਨੂੰ ਹੁਣ ਵਾਰਨਿੰਗ ਦੇਣੀ ਪੈਂਦੀ ਹੈ ਵੀ ਭਾਈ ਬਾਥਰੂਮ ਦੀ ਕੁੰਡੀ ਨਾ ਬੰਦ ਕਰਿਓ, ਵੀ ਬਾਥਰੂਮ ਕਾਹੋ ਨਾ ਹੋਵੇ ਤੁਸੀਂ ਗਿਰ ਗੁਰ ਜਾਓਗੇ ਅਤੇ ਮੁੜ ਕੇ ਕੁੰਡੀ ਨਾ ਖੁੱਲ੍ਹੇ। ਸੋ ਬਜ਼ੁਰਗਾਂ ਨੂੰ ਘਰਦਿਆਂ ਨੂੰ ਕਹਿਣਾ ਪੈਂਦਾ ਵੀ ਭਾਈ ਕੁੰਡੀ ਨਾ ਬੰਦ ਕਰੀ ਅੰਦਰੋਂ। ਇੰਨੀ ਜ਼ਿਆਦਾ ਕਾਮਨ ਹੋ ਗਈ ਇਹ ਗੱਲ। ਅਤੇ ਆਮ ਹੀ ਇੰਜਰੀ ਹੁੰਦੀ ਹੈ ਵੀ ਬਾਥਰੂਮ 'ਚ ਫਾਲ ਕਰ ਗਿਆ ਜੀ, ਤੁਸੀਂ ਉਹ ਨੈਕ ਫਰੈਕਚਰ ਫੀਮਰ ਦੇ ਨੈਕ ਦਾ ਫਰੈਕਚਰ ਹੋ ਗਿਆ, ਕਿਉਂ? ਬਾਥਰੂਮ 'ਚ ਗਿਰ ਗਿਆ ਜੀ, ਬਾਥਰੂਮ 'ਚ ਗਿਰ ਗਿਆ। ਚੂੜਾ ਹੀ ਉਸੇ ਨੂੰ ਕਹਿੰਦੇ ਆ, ਚੂੜੇ ਨੂੰ ਉਸੇ ਨੂੰ ਨੈਕ ਦਾ ਫਰੈਕਚਰ ਹੋ ਜਾਂਦਾ। ਤਾਂ ਉਹ ਮਾੜਾ ਜਿਹਾ ਟੇਢਾ ਹੋਇਆ ਨਹੀਂ ਅਤੇ ਨਾਲ ਟਰੱਕ ਲੈ ਕੇ ਟੁੱਟ ਗਿਆ। ਤਾਂ ਇਹ ਕਿਤੇ ਨਾ ਕਿਤੇ ਜਿਹੜਾ ਵਰਤਾਰਾ ਹੈ ਇਹ ਸਾਰਾ ਵਰਤਾਰਾ ਜਿਹੜਾ ਬਹੁਤ ਹੀ ਆਮ ਹੋ ਗਿਆ ਹੋਇਆ। ਤਾਂ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਇਹਦਾ ਕਿਤੇ ਨਾ ਕਿਤੇ ਕੁਛ ਸਾਂਝੇ ਕਾਰਨ ਨੇ ਅਤੇ ਸਾਂਝੇ ਹੀ ਕੁਛ ਇਹਦੇ ਪ੍ਰਿੰਸੀਪਲਸ ਫੋਲੋ ਕਰਾਂਗੇ ਆਪਾਂ ਤਾਂ ਕਿ ਜਿਹੜਾ ਹੈ ਉਹ ਸਾਡੀਆਂ ਹੱਡੀਆਂ ਅਤੇ ਪੱਠੇ ਮਜ਼ਬੂਤ ਹੋ ਸਕਣ। ਕਾਰਨਾਂ ਦੀ ਆਪਾਂ ਗੱਲ ਕੁਛ ਕਰ ਲਈ ਹੈ ਕਿ ਇੱਕ ਤਾਂ ਆਪਣੇ ਹਵਾ ਪਾਣੀ ਮਿੱਟੀ 'ਚ ਜ਼ਹਿਰ ਆ ਗਏ, ਉਹਨੇ ਸਾਡਾ ਸਰੀਰ ਕਮਜ਼ੋਰ ਕੀਤੇ ਆ। ਹਵਾ ਵੀ ਸਾਡੀ ਜ਼ਹਿਰੀਲੀ ਹੈ, ਪਾਣੀ ਵੀ ਜ਼ਹਿਰੀਲਾ, ਅਤੇ ਮਿੱਟੀ ਵੀ ਜ਼ਹਿਰੀਲੀ ਹੋ ਗਈ। ਅਤੇ ਉਹਦੇ 'ਚੋਂ ਜਿਹੜਾ ਫਿਰ ਖਾਣਾ ਬਣਨਾ, ਕਿ ਖਾਣਾ ਕਿੱਥੋਂ ਬਣਨਾ? ਉਹਨੇ ਤਿੰਨ ਚੀਜ਼ਾਂ ਹੀ ਵਰਤਣੀਆਂ ਉਹਨੇ, ਜਾਂ ਮਿੱਟੀ ਵਰਤਣੀ ਹੈ, ਜਾਂ ਪਾਣੀ ਵਰਤਣਾ, ਜਾਂ ਹਵਾ ਵਰਤਣੀ ਹੈ। ਸੂਰਜ ਦੀ ਰੋਸ਼ਨੀ ਤਾਂ ਸ਼ੁੱਧ ਪਵਿੱਤਰ ਹੈ, ਤਾਂ ਉਹਦਾ ਤਾਂ ਕੁਛ ਵਿਗੜਿਆ ਨਹੀਂ ਹੈ। ਤਾਂ ਆਹ ਚੀਜ਼ਾਂ ਵਰਤ ਕੇ ਖਾਣਾ ਬਣਨਾ, ਕੁਦਰਤ ਨੇ ਬਣਾਉਣਾ। ਅਤੇ ਉਹ ਜੇ ਉਹਦੇ ਅੰਦਰ ਜ਼ਹਿਰ ਨੇ ਤਾਂ ਉਹ ਜ਼ਹਿਰ ਭੋਜਨ 'ਚ ਵੀ ਆ ਜਾਣਗੇ। ਅਤੇ ਭੋਜਨ 'ਚ ਜ਼ਹਿਰ ਆ ਗਏ ਤਾਂ ਇਹਦੇ 'ਚ ਇੱਕ ਗੱਲ ਜਿਹੜੀ ਇੱਥੇ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਹੈ ਦੇਣੀ, ਜਿਹੜਾ ਅਸੀਂ ਦਲੀਲ ਦੇ ਰਹੇ ਹਾਂ ਕਿ ਪਲਾਂਟ ਬੇਸਡ ਖਾਣਾ ਖਾਓ। ਉਹਦੇ ਅੰਦਰ ਇੱਕ ਇਹ ਵੀ ਬਹੁਤ ਵੱਡੀ ਦਲੀਲ ਹੈ ਕਿ ਜਦੋਂ ਜਿਹੜਾ ਪਲਾਂਟ ਬੇਸਡ ਖਾਣਾ ਹੁੰਦਾ ਹੈ, ਜਦੋਂ ਖੇਤੀ 'ਚ ਬਹੁਤ ਜ਼ਿਆਦਾ ਜ਼ਹਿਰ ਹੋਣ, ਅਤੇ ਜਿਹੜਾ ਪੌਦਿਆਂ 'ਚ ਜ਼ਹਿਰ ਹੁੰਦੇ ਨੇ ਜਦੋਂ ਉਹ ਐਨੀਮਲ 'ਚ ਜਾਂਦੇ ਹੈ ਤਾਂ ਕਈ ਗੁਣਾ ਜ਼ਿਆਦਾ ਹੋ ਜਾਂਦੇ ਆ। ਉਹਨੂੰ ਅੰਗਰੇਜ਼ੀ 'ਚ ਆਪਾਂ ਕਹਿੰਦੇ ਹਾਂ ਬਾਇਓ ਕੌਨਸੈਂਟਰੇਸ਼ਨ ਐਂਡ ਬਾਇਓ ਮੈਗਨੀਫਿਕੇਸ਼ਨ। ਬਾਇਓ ਕੌਨਸੈਂਟਰੇਸ਼ਨ ਦਾ ਮਤਲਬ ਹੁੰਦਾ ਹੈ ਕਿ ਸਪੋਜ਼ ਇੱਕ ਕੀੜੇ ਨੇ, ਉਹਦਾ ਭਾਰ ਹੈਗਾ 10 ਗ੍ਰਾਮ ਇੱਕ ਕੀੜੇ ਦਾ, ਅਤੇ ਉਹਨੇ ਆਪਣਾ 10 ਗ੍ਰਾਮ ਭਾਰ ਸਾਰੇ ਸਰੀਰ ਦਾ ਵਧਾਉਣ ਲਈ ਜਿਹੜਾ ਪੱਤੇ ਖਾਣੇ ਹੈ ਉਹ 10 ਗ੍ਰਾਮ ਨਹੀਂ ਖਾਣੇ, ਉਹਨੇ ਘੱਟੋ ਘੱਟ ਵੀ 100 ਗ੍ਰਾਮ ਪੱਤੇ ਖਾਣੇ ਆ। 10 ਗੁਣਾ ਤੋਂ ਲੈ ਕੇ 100 ਗੁਣਾ ਤੱਕ ਪੱਤੇ ਖਾਂਦਾ ਉਹ, ਤਾਂ ਉਹਦਾ ਭਾਰ 10 ਗ੍ਰਾਮ ਵੱਧਦਾ, ਬਾਕੀ ਉਹਦਾ ਅੱਗਣ ਮੂਤਰ ਨਿਕਲ ਜਾਂਦਾ। ਤਾਂ ਉਹ ਜਿਹੜਾ 100 ਗ੍ਰਾਮ ਜਾਂ 200 ਗ੍ਰਾਮ ਪੱਤਿਆਂ 'ਚ ਜਿਹੜਾ ਜ਼ਹਿਰ ਸੀਗਾ ਉਹਦੇ 10 ਗ੍ਰਾਮ 'ਚ ਆ ਗਿਆ। ਕਿਉਂਕਿ ਜ਼ਹਿਰ ਦਾ ਇੱਕ ਬਹੁਤ ਵੱਡਾ ਔਗਣ ਹੈ ਕਿ ਜ਼ਹਿਰ ਜਦੋਂ ਸਰੀਰ ਦੇ ਅੰਦਰ ਵੜ ਜਾਂਦਾ ਹੈ ਤਾਂ ਉਹ ਬਾਹਰ ਨਹੀਂ ਨਿਕਲਦਾ, ਅੰਦਰ ਤਾਂ ਰੱਖ ਦੇ ਕੇ ਵੜ ਜਾਂਦਾ।
ਅੰਦਰ ਜਾਣ ਦਾ ਰਸਤਾ ਖੁੱਲ੍ਹਾ ਲੇਕਿਨ ਬਾਹਰ ਜਾਣ ਦਾ ਰਸਤਾ ਭੀੜਾ ਹੈ। ਤੋ ਜਿਹੜਾ 200 ਗ੍ਰਾਮ ਪੱਤੇ ਖਾ ਕੇ ਕੀੜੇ ਨੇ ਆਪਣਾ ਭਾਰ 10 ਗ੍ਰਾਮ ਕੀਤਾ ਹੈ, ਉਹਦੇ 200 ਗ੍ਰਾਮ ਪੱਤਿਆਂ ਦਾ ਜ਼ਹਿਰ ਜਿਹੜਾ ਹੈ ਉਹ 10 ਗ੍ਰਾਮ 'ਚ ਆ ਗਿਆ, ਯਾਨੀ ਕਿ 200 ਗੁਣਾ ਜਾਂ ਕਹਿ ਲਓ 20 ਗੁਣਾ ਵੱਧ ਗਿਆ, 10 ਤੋਂ ਲੈ ਕੇ 20 ਗੁਣਾ ਵੱਧ ਗਿਆ। ਤਾਂ ਉਹਦਾ ਜ਼ਹਿਰ ਵੱਧ ਗਿਆ। ਹੁਣ ਉਹਨੂੰ ਮੰਨ ਲਓ ਉਸ ਕੀੜੇ ਨੂੰ ਅੱਗੇ ਖਾਇਆ ਕਿਸੇ ਕਿਰਲੀ ਨੇ ਜਾਂ ਡੱਡੂ ਨੇ। ਹੁਣ ਡੱਡੂ ਨੇ ਉੱਦਾਂ ਹੀ ਕਿੰਨੇ ਕੀੜੇ ਖਾਣੇ ਆਪਣਾ ਭਾਰ ਵਧਾਉਣ ਲਈ, ਉਹਨੇ 10 ਤੋਂ ਲੈ ਕੇ 20 ਗੁਣਾ ਫਿਰ ਉਹ ਕੀੜੇ ਖਾਣੇ ਆ, ਤਾਂ ਉਹ ਫਿਰ ਵਧਿਆ ਹੋਇਆ ਫਿਰ ਵੱਧ ਗਿਆ ਦੁਬਾਰੇ। ਤਾਂ ਬਾਇਓ ਕਨਸਨਟ੍ਰੇਸ਼ਨ ਦਾ ਮਤਲਬ ਤਾਂ ਇਹ ਹੈ ਕਿ ਪੱਤਿਆਂ ਤੋਂ ਜਦੋਂ ਜਾਨਵਰ 'ਚ ਗਿਆ ਚੀਜ਼ ਤਾਂ ਉਹ ਕਨਸਨਟ੍ਰੇਟ ਹੋ ਗਈ 10 ਗੁਣਾ 20 ਗੁਣਾ 30 ਗੁਣਾ ਅਲੱਗ ਅਲੱਗ। ਜਸਟ ਮੈਂ ਤਾਂ ਉਦਾਹਰਨ ਦੇ ਰਿਹਾ ਹੂੰ, 10 ਗੁਣਾ ਜ਼ਰੂਰੀ ਨਹੀਂ ਵੀ 10 ਗੁਣਾ ਹੀ ਹੋਏਗੀ, ਉਹ 20 30 40 50 ਗੁਣਾ ਵੀ ਹੋ ਸਕਦੀ ਹੈ। ਤਾਂ ਜਿਹੜਾ ਪਹਿਲੇ ਸਟੈਪ 'ਤੇ ਹੋਇਆ ਉਹਨੂੰ ਅਸੀਂ ਕਹਿੰਦੇ ਬਾਇਓ ਕਨਸਨਟ੍ਰੇਸ਼ਨ। ਹੁਣ ਜਦੋਂ ਬਾਇਓ ਕਨਸਨਟ੍ਰੇਸ਼ਨ ਕੀਤੀ ਹੋਈ ਕੀੜਿਆਂ ਨੂੰ ਅੱਗੇ ਬਾਇਓ ਕਨਸਨਟ੍ਰੇਸ਼ਨ ਤਾਂ ਪਹਿਲਾਂ ਹੀ ਹੋਈ ਵੀ ਹੈ, ਉਹਨਾਂ ਕੀੜਿਆਂ ਨੂੰ ਅੱਗੇ ਇੱਕ ਦੂਸਰੀ ਪੀੜ੍ਹੀ ਨੇ ਖਾਧਾ, ਮਤਲਬ ਡੱਡੂ ਨੇ ਖਾਧਾ, ਤਾਂ ਉਹ ਕੀ ਹੋਇਆ, ਉਹ ਹੋਰ 10 ਗੁਣਾ ਵਧਿਆ, ਹੋਰ 10 ਗੁਣਾ ਵੱਧ ਗਿਆ, ਯਾਨੀ ਕਿ 100 ਗੁਣਾ ਹੋ ਗਿਆ। ਅਤੇ ਇੱਦਾਂ ਹੀ ਫੂਡ ਚੇਨ ਦੇ ਅੰਦਰ ਕਈ ਵਾਰੀ ਪੂਰੀ ਚੇਨ ਹੁੰਦੀ ਹੈ ਵੀ ਪਹਿਲਾਂ ਪੱਤੇ ਨੂੰ ਕੀੜੇ ਨੇ ਖਾਧਾ, ਕੀੜੇ ਨੂੰ ਕਿਸੇ ਵੱਡੇ ਕੀੜੇ ਨੇ ਖਾਧਾ, ਵੱਡੇ ਕੀੜੇ ਨੂੰ ਕਿਸੇ ਡੱਡੂ ਨੇ ਖਾਧਾ, ਡੱਡੂ ਨੂੰ ਕਿਸੇ ਸੱਪ ਨੇ ਖਾਧਾ, ਸੱਪ ਨੇ ਕਿਸੇ ਨੂੰ ਇੱਲ ਨੇ ਖਾਧਾ, ਇੱਲ ਨੂੰ ਗਾਹਾਂ ਕਿਸੇ ਜਦੋਂ ਮਰ ਗਈ ਉਹ ਗਿੱਧ ਨੇ ਖਾਧਾ। ਇੱਦਾਂ ਪੀੜ੍ਹੀ ਦਰ ਪੀੜ੍ਹੀ ਇਹਨੂੰ ਕਹਿੰਦੇ ਆ ਫੂਡ ਚੇਨ। ਫੂਡ ਚੇਨ ਤਾਂ ਫੂਡ ਚੇਨ 'ਚ ਜਦੋਂ ਇਹ ਜ਼ਹਿਰ ਚੱਲਦੇ ਆ ਤਾਂ ਇਹ ਕਨਸਨਟ੍ਰੇਟ ਹੋ ਜਾਂਦੇ ਆ। ਤਾਂ ਉਹਦੀ ਆਪਾਂ ਗੱਲ ਕਰ ਰਹੇ ਸੀਗੇ ਕਿ ਜਦੋਂ ਅਸੀਂ ਨੋਨ ਵੈਜ ਫੂਡ ਖਾਵਾਂਗੇ, ਦੁੱਧ ਪੀਵਾਂਗੇ ਜਾਂ ਮੀਟ ਖਾਵਾਂਗੇ ਜਾਂ ਅੰਡਾ ਖਾਵਾਂਗੇ, ਤਾਂ ਉਹਦੇ 'ਚ ਜ਼ਹਿਰ ਜ਼ਿਆਦਾ ਹੋਣਗੇ ਕਿਉਂਕਿ ਉਹਦੇ 'ਚ ਕਨਸਨਟ੍ਰੇਟ ਹੋ ਗਏ ਅਤੇ ਮੈਗਨੀਫਾਈ ਹੋ ਗਏ। ਸਰ ਜਦੋਂ ਕਨਸਨਟ੍ਰੇਸ਼ਨ ਅਤੇ ਮੈਗਨੀਫਿਕੇਸ਼ਨ ਕਾਰਨ ਜਿਹੜਾ ਨੋਨ ਵੈਜ ਫੂਡ ਹੈ ਉਹ ਜ਼ਿਆਦਾ ਜ਼ਹਿਰੀਲਾ ਹੋਊਗਾ। ਇਸ ਕਰਕੇ ਅਸੀਂ ਮਨਾ ਕਰਦੇ ਹਾਂ ਕਿ ਉਹ ਫੂਡ ਜੇ ਤੁਸੀਂ ਖਾਓਗੇ ਤਾਂ ਜ਼ਹਿਰ ਵੀ ਜ਼ਿਆਦਾ ਖਾਓਗੇ। ਕੁਦਰਤ ਦੇ ਵਿੱਚ ਵਰਤਾਰਾ ਕੀ ਹੋ ਰਿਹਾ ਕਿ ਤੁਸੀਂ ਦੇਖੋਗੇ ਪੰਛੀਆਂ ਦੇ ਵਿੱਚ ਜਿਹੜੇ ਪੰਛੀ ਗਾਇਬ ਹੋ ਰਹੇ ਆ, ਜਿਹੜੀਆਂ ਪ੍ਰਜਾਤੀਆਂ, ਉਹ ਕਿਹੜੀਆਂ ਪ੍ਰਜਾਤੀਆਂ ਗਾਇਬ ਹੋ ਰਹੀਆਂ ਨੇ? ਜਿਹੜੀਆਂ ਪ੍ਰਜਾਤੀਆਂ ਨੋਨ ਵੈਜ ਨੇ। ਤੁਸੀਂ ਦੇਖੋਗੇ ਸਾਰੇ ਪੰਛੀਆਂ 'ਤੇ ਨਿਗਾਹ ਮਾਰ ਕੇ ਦੇਖੋ, ਸਭ ਤੋਂ ਪਹਿਲਾਂ ਕੌਣ ਗਾਇਬ ਹੋਇਆ? ਗਿੱਧ ਗਾਇਬ ਹੋਈ। ਹੁਣ ਕੌਣ ਗਾਇਬ ਹੋ ਰਿਹਾ? ਇੱਲਾਂ ਗਾਇਬ ਹੋ ਰਹੀਆਂ ਨੇ, ਬਾਜ ਗਾਇਬ ਹੋ ਰਹੇ ਆ, ਉੱਲੂ ਗਾਇਬ ਹੋ ਰਹੇ ਆ, ਜਿਹੜੇ ਕਿ ਸ਼ਿਕਾਰੀ ਪੰਛੀ ਨੇ, ਜਿਹਨੂੰ ਸ਼ਿਕਾਰੀ ਪੰਛੀ ਕਹਿੰਦੇ ਆਪਾਂ। ਚਿੜੀਆਂ ਵੀ ਹੋ ਗਈਆਂ, ਤੋਤੇ ਵੀ ਆਪਾਂ ਨੂੰ ਨਜ਼ਰ ਨਹੀਂ ਨੋਨ ਵੈਜ ਨੇ ਨਾ, ਬਹੁਤ ਸਾਰੀਆਂ ਚਿੜੀਆਂ ਨੋਨ ਵੈਜ ਨੇ, ਸਾਰੀਆਂ ਚਿੜੀਆਂ ਵੈਜ ਨਹੀਂ ਹੈਗੀਆਂ। ਚਿੜੀਆਂ ਸਭ ਕਿਸਮ ਦਾ ਭੋਜਨ ਖਾਂਦੀਆਂ ਨੇ, ਲੇਕਿਨ ਬਹੁਤ ਸਾਰੀਆਂ ਚਿੜੀਆਂ ਦਾ ਜਿਹੜਾ ਫੇਵਰੇਟ ਫੂਡ ਆ ਕੀੜੇ ਨੇ। ਸੋ ਜਿਹੜੀਆਂ ਚਿੜੀਆਂ ਜਿਹੜੇ ਸ਼ਿਕਾਰੀ ਪੰਛੀ ਨੇ ਉਹ ਗਾਇਬ ਹੋ ਰਹੇ ਆ। ਜਿਹੜੇ ਸ਼ਿਕਾਰੀ ਪੰਛੀ ਨਹੀਂ ਹੈ, ਜਿਵੇਂ ਕਬੂਤਰ ਹੈ, ਘੁੱਗੀ ਹੈ, ਇਹ ਪੰਛੀਆਂ ਦੀ ਆਦਤ ਜਿਹੜਾ ਉਹ ਦਾਣੇ ਖਾਣਾ, ਉਹ ਘੱਟ ਗਾਇਬ ਹੋ ਰਹੇ ਆ। ਉਹ ਜੇ ਬਚੇ ਹੋਏ ਤੁਸੀਂ ਦੇਖੋਗੇ ਘੁੱਗੀਆਂ ਕਬੂਤਰ ਇਹ ਹੈਗੇ ਆ। ਤਾਂ ਜਿਹੜੇ ਸ਼ਿਕਾਰੀ ਪੰਛੀ ਨੇ, ਜਿਹੜੀ ਇੱਲ ਵਾਲੀ ਫੈਮਿਲੀ ਹੈ, ਬਾਜ ਵਾਲੀ ਫੈਮਿਲੀ ਹੈ, ਸਾਰੇ ਗਾਇਬ ਹੋ ਰਹੇ ਆ। ਤਾਂ ਉਹ ਇਸੇ ਕਰਕੇ ਹੋ ਰਹੇ ਆ ਕਿ ਅਤੇ ਇਸ ਕਰਕੇ ਜਿੱਥੇ ਆਪਾਂ ਜਿਹੜੀ ਉੱਥੇ ਆਪਣੀ ਗੱਲ 'ਤੇ ਵਾਪਸ ਆਈਏ ਕਿ ਆਪਾਂ ਨੂੰ ਜਿਹੜਾ ਨੋਨ ਵੈਜ ਫੂਡ ਹੈ ਉਹ ਇਸ ਕਰਕੇ ਵੀ ਖਾਣਾ ਜਿਹੜਾ ਘੱਟ ਕਰਨਾ ਚਾਹੀਦਾ ਹੈ ਕਿ ਨੋਨ ਵੈਜ ਫੂਡ ਦੇ ਅੰਦਰ ਅੱਜ ਦੇ ਯੁੱਗ ਦੇ ਅੰਦਰ ਜ਼ਹਿਰ ਜਿਹੜੇ ਨੇ ਉਹ ਵੈਜੀਟੇਰੀਅਨ ਫੂਡ ਦੇ ਮੁਕਾਬਲੇ 'ਚ ਕਈ ਗੁਣਾ ਵੱਧ ਨੇ। ਤਾਂ ਉਹ ਜਿਹੜਾ ਨੋਨ ਵੈਜ ਫੂਡ ਹੈ ਉਹ ਸਾਨੂੰ ਜ਼ਿਆਦਾ ਨੁਕਸਾਨ ਕਰੇਗਾ। ਸੋ ਇਸ ਕਰਕੇ ਨੋਨ ਵੈਜ ਫੂਡ ਜਿਹੜਾ ਆਪਾਂ ਕਹਿੰਦੇ ਆ ਵੀ ਤੁਸੀਂ ਨਾ ਹੀ ਖਾਓ, ਤੁਸੀਂ ਵੈਜੀਟੇਰੀਅਨ ਫੂਡ ਖਾਓ, ਕਿਉਂਕਿ ਸਾਡਾ ਸਰੀਰ ਬੜੇ ਆਰਾਮ ਨਾਲ ਵੈਜੀਟੇਰੀਅਨ ਫੂਡ ਤੋਂ ਆਪਣਾ ਗੁਜ਼ਾਰਾ ਕਰ ਲੈਂਦਾ। ਉਹਨੂੰ ਨੋਨ ਵੈਜ ਫੂਡ ਖਾਣ ਦੀ ਲੋੜ ਨਹੀਂ ਹੁੰਦੀ, ਨਾ ਦੁੱਧ ਪੀਣ ਦੀ ਲੋੜ ਹੈ, ਨਾ ਅੰਡਾ ਖਾਣ ਦੀ ਲੋੜ ਹੈ, ਨਾ ਮੀਟ ਖਾਣ ਦੀ ਲੋੜ ਹੈ। ਅਸੀਂ ਜੇ ਸ਼ੁੱਧ ਸ਼ਾਕਾਹਾਰ, ਸ਼ੁੱਧ ਜਿਹੜਾ ਕੰਦ ਮੂਲ ਵੀ ਖਾਈ ਜਾਈਏ, ਪੱਤੇ ਖਾਈ ਜਾਈਏ ਅਤੇ ਅਨਾਜ ਖਾਈ ਜਾਈਏ, ਦਾਲਾਂ ਖਾਈਏ, ਤਾਂ ਵੀ ਸਾਡਾ ਬਹੁਤ ਸੋਹਣਾ ਗੁਜ਼ਾਰਾ ਹੋ ਜਾਂਦਾ। ਸੋ ਉਹਦਾ ਮੇਰਾ ਜਿਹੜੀ ਸੀ ਆਪਾਂ ਜਿਹੜੀ ਗੱਲ ਕੀਤੀ ਹੈ ਉਦਾਹਰਨ ਦੇ ਕੇ, ਉਹਦਾ ਮਕਸਦ ਇਹ ਸੀ ਕਿ ਨੋਨ ਵੈਜ ਫੂਡ ਖਾਣਾ ਅੱਜ ਦੇ ਯੁੱਗ ਦੇ ਅੰਦਰ ਜ਼ਿਆਦਾ ਖਤਰਨਾਕ ਹੈ ਪੁਰਾਣੇ ਜ਼ਮਾਨੇ ਦੇ ਮੁਕਾਬਲੇ 'ਚ। ਪੁਰਾਣੇ ਜ਼ਮਾਨੇ 'ਚ ਜਿਹੜਾ ਨੋਨ ਵੈਜ ਸੀਗਾ ਉਹ ਰਿਲੇਟਿਵਲੀ ਸ਼ੁੱਧ ਸੀਗਾ, ਕਿਉਂਕਿ ਸਾਰੀ ਫੂਡ ਚੇਨ ਹੀ ਸ਼ੁੱਧ ਸੀਗੀ, ਤਾਂ ਉਹ ਵੀ ਸ਼ੁੱਧ ਸੀਗਾ। ਅਤੇ ਅੱਜ ਉਹ ਸ਼ੁੱਧ ਨਹੀਂ ਹੈ, ਅੱਜ ਉਹ ਜ਼ਹਿਰਾਂ ਨਾਲ ਭਰਿਆ ਹੋਇਆ। ਇੱਥੇ ਤੁਹਾਨੂੰ ਰੋਕਾਂਗਾ, ਮਾਫ਼ ਕਰਨਾ। ਬੋਡੀ ਦੇ ਅੰਦਰ ਜਿਸ ਤਰ੍ਹਾਂ ਜੋੜਾਂ ਦੇ ਵਿੱਚ ਦਰਦ ਹੁੰਦਾ, ਜੋੜਾਂ ਦੇ ਵਿੱਚ ਦਰਦ ਕੀ ਇੱਕ ਤਾਂ ਹੁੰਦਾ ਹਾਰਡ ਟਾਈਮ ਰਹਿਣ ਵਾਲਾ ਦਰਦ, ਜਦੋਂ ਬੰਦਾ ਜਿਉਂ ਵੀ ਉਹਨੇ ਪੋਸਚਰ ਚੇਂਜ ਕੀਤਾ, ਆਪਣਾ ਹਿੱਲਿਆ ਡੁੱਲਿਆ, ਇੱਧਰ ਉੱਧਰ ਉੱਠਿਆ, ਉੱਠਣ ਲੱਗਿਆ ਹੋਇਆ, ਬੈਠਣ ਲੱਗਿਆ ਹੋਇਆ, ਪੈਣ ਲੱਗਿਆ ਹੋਇਆ, ਫਿਰ ਪੈਣ ਤੋਂ ਪਾਸਾ ਲੈਣ ਲੱਗਿਆ ਹੋਇਆ, ਇੱਕ ਤਾਂ ਦਰਦ ਹੁੰਦੇ ਨੇ ਇੱਦਾਂ ਦੇ। ਇੱਕ ਹੁੰਦਾ ਵੀ ਬੰਦਾ ਪੈ ਗਿਆ, ਸੌਂ ਗਿਆ, ਉਸ ਤੋਂ ਬਾਅਦ ਉਹ ਜੋੜ ਆਕੜ ਜਾਂਦੇ ਨੇ। ਇਹਨਾਂ ਦੋਨਾਂ ਦੇ ਵਿੱਚ ਫ਼ਰਕ ਥੋੜ੍ਹਾ ਜਿਹਾ ਕਰੋਗੇ ਵੀ ਕਿਸ ਤਰ੍ਹਾਂ ਹੁੰਦਾ ਹੈ? ਕਿਉਂਕਿ ਜਿਹੜੇ ਜੋੜ ਆਕੜ ਜਾਂਦੇ ਨੇ ਉਹ ਤਾਂ ਤੁਸੀਂ ਮੈਨੂੰ ਲੱਗਦਾ ਹੁਣ ਸਮਝਾਇਆ ਵੀ ਉਹ ਸੁੱਜ ਜਾਂਦੇ ਨੇ, ਤਾਂ ਕਰਕੇ ਆਕੜ ਜਾਂਦੇ ਨੇ। ਅਤੇ ਜਿਹੜੇ ਦੋ ਜੋੜ
ਹਿੱਲੇ ਤੇ ਵੀ ਦਰਦ ਹੁੰਦੇ ਨੇ, ਉਹਨਾਂ ਦੇ ਪਿੱਛੇ ਦੇ ਕੀ ਕਾਰਨ ਹੁੰਦੇ ਤੇ ਕੀ ਇਹਨਾਂ ਦੇ ਵਿੱਚ ਫਰਕ ਕੀ ਹੁੰਦਾ? ਨਹੀਂ ਉਹ ਜੋ ਹੁੰਦਾ ਹੈ, ਦੇਖੋ ਜਿਹੜੀ ਜੋੜਾਂ ਦੀ ਜਿਹੜੀ ਸਟਿਫਨੈਸ ਹੈ, ਜਿਹਨੂੰ ਆਪਾਂ ਕਹਿੰਦੇ ਹਾਂ, ਅਕੜਾਅ ਹੈ ਮਸਲ ਅਤੇ ਜੋੜਾਂ ਦਾ, ਉਹ ਬਹੁਤ ਸਾਰੇ ਗੱਲਾਂ ਨਾਲ ਜੁੜਿਆ ਹੁੰਦਾ ਹੈ। ਉਹ ਮੌਸਮ ਨਾਲ ਜੁੜਿਆ ਹੋਇਆ ਹੈ। ਜੇ ਠੰਡ ਹੈ ਤਾਂ ਜ਼ਿਆਦਾ ਅਕੜਾਅ ਹੋਏਗਾ, ਗਰਮੀ ਹੈ ਤਾਂ ਘੱਟ ਅਕੜਾਅ ਹੋਏਗਾ, ਕਿਉਂਕਿ ਠੰਡ ਦੇ ਵਿੱਚ ਜਿਹੜਾ ਖੂਨ ਦੀਆਂ ਨਾੜਾਂ ਨੇ ਉਹ ਸੁੰਗੜ ਜਾਂਦੀਆਂ ਨੇ ਅਤੇ ਪੱਠੇ ਵੀ ਸੁੰਗੜ ਜਾਂਦੇ ਆ। ਸੌਣ ਤੋਂ ਬਾਅਦ ਜ਼ਿਆਦਾ ਹੋਏਗਾ। ਜਦੋਂ ਤੁਸੀਂ ਸੌਂ ਗਏ ਹੋ ਤਾਂ ਜਿਹੜਾ ਸਰੀਰ ਨੇ ਖੂਨ ਹੋਰ ਪਾਸੇ ਭੇਜ ਦੇਣਾ, ਕਿਉਂਕਿ ਤੁਹਾਡੇ ਪੱਠੇ ਕੰਮ ਨਹੀਂ ਕਰ ਰਹੇ, ਸਰੀਰ ਉੱਧਰ ਖੂਨ ਨਹੀਂ ਭੇਜ ਰਿਹਾ, ਤਾਂ ਤੁਹਾਡੇ ਪੱਠਿਆਂ 'ਚ ਥੋੜ੍ਹਾ ਜਿਹਾ ਅਕੜਾਅ ਆਏਗਾ, ਕਿਉਂਕਿ ਪੱਠੇ ਜਿਹੜੇ ਨੇ ਉਹਨਾਂ 'ਚ ਖੂਨ ਘੱਟ ਜਾ ਰਿਹਾ। ਤੁਹਾਡੇ ਜਿਹੜਾ ਰਾਤ ਨੂੰ ਸੌਣ ਲੱਗਿਆ ਖੂਨ ਜਿਹੜਾ ਉਹ ਵੈਸੇ ਸਰਕੂਲੇਸ਼ਨ ਸਲੋ ਹੋ ਜਾਂਦੀ ਹੈ, ਅਤੇ ਜੇ ਬਾਕੀ ਜਿਹੜਾ ਬਾਡੀ ਜਿਹੜੀ ਸਿਰਫ ਵਾਈਟਲ ਔਰਗਨ ਨੂੰ ਖੂਨ ਦਿੰਦੀ ਹੈ, ਜਿਹੜਾ ਪੱਠਿਆਂ ਦਾ ਖੂਨ ਹੈ ਘਟਾ ਦਿੰਦੀ ਹੈ, ਚਮੜੀ ਦਾ ਖੂਨ ਘਟਾ ਦਿੰਦੀ ਹੈ। ਤਾਂ ਉਹ ਜਦੋਂ ਉਹ ਕੁਛ ਸਟਿਫਨੈਸ ਜਿਹੜੀ ਹੈ ਮੌਸਮ ਦੇ ਹਿਸਾਬ ਨਾਲ, ਹਿਊਮਿਡਿਟੀ ਦੇ ਹਿਸਾਬ ਨਾਲ, ਈਵਨ ਜੇ ਤੁਸੀਂ ਜ਼ਿਆਦਾ ਹਿਊਮਿਡਿਟੀ ਤੁਹਾਡੇ ਪਾਣੀ ਹਵਾ 'ਚ ਕਿੰਨਾ ਵੈਪਰ ਹੈ, ਉਹ 'ਤੇ ਹਿਊਮਸ ਕਿੰਨੀ ਹੈ, ਉਹਦੇ 'ਤੇ ਡਿਪੈਂਡ ਕਰੇਗਾ। ਤੁਹਾਡੇ ਟੈਂਪਰੇਚਰ 'ਤੇ ਡਿਪੈਂਡ ਕਰੇਗਾ। ਤੁਸੀਂ ਸੌਂ ਕੇ ਚੁੱਕੇ ਹੋ ਤਾਂ ਤੁਹਾਡੇ ਅਕੜਾਅ ਹੋਏਗਾ। ਜੇ ਇੱਕ ਵਾਰੀ ਤੁਸੀਂ ਤੁਰਨ ਫਿਰਨ ਲੱਗ ਗਏ ਹੋ ਤਾਂ ਨਹੀਂ ਹੋਏਗਾ। ਅਤੇ ਜਿਹੜੇ ਜੋੜ ਨੇ, ਜਿਵੇਂ ਆਸਟੀਓਆਰਥਰਾਈਟਿਸ ਹੈ, ਗੋਡੇ ਨੇ, ਗੋਡਿਆਂ ਦਾ ਤੁਸੀਂ ਆਮ ਮਰੀਜ਼ ਤੋਂ ਸੁਣੋਗੇ ਕਿ ਜੀ ਸਵੇਰੇ ਉੱਠੀ ਦਾ ਬਹੁਤ ਬੁਰਾ ਹਾਲ ਹੁੰਦਾ, ਫਿਰ ਜਦੋਂ ਚੱਲ ਪੈਂਦੇ ਆ ਤਾਂ ਫਿਰ ਚੱਲ ਪੈਂਦੇ ਆ। ਤਾਂ ਫਿਰ ਇੱਦਾਂ ਹੁੰਦਾ ਕਿ ਉਹ ਫਿਰ ਖੂਨ ਦੀ ਸਪਲਾਈ ਵੱਧ ਗਈ, ਖੂਨ ਦਾ ਦੌਰਾ ਵੱਧ ਗਿਆ ਉਹਦਾ, ਅਤੇ ਉਹਦੇ ਜਿਹੜਾ ਉਹ ਜੋੜ ਜਿਹੜਾ ਇੱਕ ਵਾਰੀ ਤੁਰਨਾ ਸ਼ੁਰੂ ਹੋ ਗਿਆ ਤਾਂ ਫਿਰ ਉਹ ਤਕਲੀਫ ਘੱਟ ਜਾਂਦੀ ਹੈ। ਤਾਂ ਉਹ ਜਿਹੜਾ ਸਟਿਫਨੈਸ ਆ ਉਹ ਉਸ ਵੇਲੇ ਜ਼ਿਆਦਾ ਹੁੰਦੀ ਹੈ। ਤਾਂ ਇਹ ਆਪਾਂ ਮੋਟਾ ਜਿਹੜਾ ਜਿਹੜੀ ਕੁਛ ਕਾਰਨ ਨੇ ਜਿਹੜੇ ਆਪਰੇਟ ਕਰਦੇ, ਅਤੇ ਆਪਾਂ ਜਿਹੜੀ ਹੈਬਿਟਸ ਦੀ ਗੱਲ ਸੀਗੀ ਕਿ ਆਪਾਂ ਬਹੁਤ ਜ਼ਿਆਦਾ ਉਹ ਹੋ ਗਏ ਆ ਸੈਡੈਂਟਰੀ, ਕਿ ਕੰਮ ਨਹੀਂ ਕਰਦੇ। ਜਿਹੜਾ ਪੁਰਾਤਨ ਮਨੁੱਖ ਸੀਗਾ ਉਹ ਅੱਜ ਵੀ ਅੰਕੜੇ ਅਵੇਲੇਬਲ ਨੇ, 18 ਕਿਲੋਮੀਟਰ ਐਵਰੇਜ ਤੁਰਦਾ ਸੀ ਇਕੱਲਾ, 18 ਕਿਲੋਮੀਟਰ। ਅਤੇ ਅੱਜ ਕੋਈ 2 ਕਿਲੋਮੀਟਰ ਸੈਰ ਕਰਕੇ ਆ ਕੇ ਵੀ ਪੱਟਾਂ ਦੇ ਹੱਥ ਮਾਰਦਾ ਵੀ ਮੈਂ ਤਾਂ ਸੈਰ ਕਰ ਰਿਹਾ। ਤਾਂ ਉਹ 18 ਕਿਲੋਮੀਟਰ ਸਿਰਫ ਤੁਰਦਾ ਸੀਗਾ। ਫਿਰ ਜਿਹੜੇ ਬਾਕੀ ਕੰਮ ਕਰਦਾ ਸੀ ਵੱਖਰੇ ਸੀ ਉਹ, ਕਿ ਉਹ ਕਦੇ ਕੋਈ ਦਰਖਤ 'ਤੇ ਚੜ੍ਹਦਾ ਸੀਗਾ, ਕੋਈ ਲੱਕੜਾਂ ਤੋੜ ਕੇ ਲਿਆਉਂਦਾ ਸੀਗਾ, ਕੋਈ ਫਿਜ਼ੀਕਲ ਕੰਮ ਕਰਦਾ ਸੀਗਾ, ਉਹ ਵੱਖਰਾ ਸੀ। ਉਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਉਹ ਵੀ ਹੈਗਾ ਕਿ ਅਸੀਂ ਆਪਣੇ ਆਪ ਨੂੰ ਵਿਹਲੜਪੁਣੇ 'ਚ ਪਾ ਲਿਆ, ਕਿਉਂਕਿ ਸਰੀਰ ਦਾ ਜਿਹੜਾ ਢਾਂਚਾ ਬਣਿਆ ਹੋਇਆ ਉਹ ਸਖਤ ਮਸ਼ੱਕਤ ਦੇ ਹਿਸਾਬ ਨਾਲ ਬਣਿਆ ਹੋਇਆ, ਕਿ ਜੇ ਮਸ਼ੱਕਤ ਕਰੋਗੇ ਸਰੀਰ ਨੂੰ ਢੰਗ ਸਿਰ, ਜਿੰਨਾ ਸਖਤ ਵਰਤੋਗੇ ਉਹਨਾਂ ਤੰਦਰੁਸਤ ਰਹੇਗਾ, ਜਿਨ੍ਹਾਂ ਨੂੰ ਵਿਹਲਾ ਛੱਡ ਦੋਗੇ ਉਹਨਾਂ ਬਿਮਾਰ ਹੋਏਗਾ, ਉਹਨੇ ਤੁਹਾਡੇ ਪੱਠੇ ਹੱਡੀਆਂ ਅਤੇ ਜਿਹੜੇ ਜੋੜ ਨੇ ਉਹ ਕਮਜ਼ੋਰ ਪੈ ਜਾਣਗੇ। ਤਾਂ ਉਹ ਜਿਹੜਾ ਸੈਡੈਂਟਰੀ ਹੈਬਿਟਸ ਨੇ ਉਹ ਵੀ ਸਾਡੀਆਂ ਉਹ ਵੀ ਸਾਡਾ ਕੰਟਰੀਬਿਊਟ ਕਰਦੀਆਂ ਨੇ। ਅਤੇ ਜਿਹੜਾ ਬਾਕੀ ਖਾਣ ਪੀਣ ਦਾ ਜਿਹੜਾ ਪੈਸਟੀਸਾਈਡ ਤੋਂ ਇਲਾਵਾ, ਖੇਤੀ ਤੋਂ ਇਲਾਵਾ ਜੋ ਅੱਜ ਕੱਲ੍ਹ ਸਨਅਤਾਂ ਨੇ ਕੀਤਾ, ਜੋ ਅਸੀਂ ਜਿੱਦਾਂ ਦਾ ਫੂਡ ਖਾ ਰਹੇ ਹਾਂ, ਫਾਸਟ ਫੂਡ ਖਾ ਰਹੇ ਹਾਂ, ਬੋਤਲਬੰਦ ਖਾ ਰਹੇ ਹਾਂ, ਡੱਬਾਬੰਦ ਖਾ ਰਹੇ ਹਾਂ, ਫੂਡ ਹੈ ਹੀ ਨਹੀਂ, ਫੂਡ ਦੇ ਨਾਂ 'ਤੇ ਧੋਖਾ ਉਹ ਵੀ ਸਾਨੂੰ ਕਮਜ਼ੋਰ ਕਰਦਾ। ਉਹ ਕਿਤੇ ਨਾ ਕਿਤੇ ਸਾਰਾ ਇੰਡਸਟਰੀ ਨੇ ਇਸ ਹਿਸਾਬ ਨਾਲ ਸਾਰਾ ਗਲਬਾ ਜਮਾ ਰੱਖਿਆ ਵੀ ਉਹ ਤਾਜ਼ਾ ਭੋਜਨ ਦੀ ਸਾਨੂੰ ਦੇਣ ਦੀ ਬਜਾਏ ਪਹਿਲਾਂ ਚੱਕ ਕੇ ਫੈਕਟਰੀ 'ਚ ਲੈ ਜਾਂਦੇ, ਫੈਕਟਰੀ ਤੋਂ ਫਿਰ ਉਹਨੂੰ ਮੋਡੀਫਾਈ ਕਰਦੇ ਆ, ਮੋਡੀਫਾਈ ਕਰਕੇ ਫਿਰ ਉਹ ਗੰਦ ਪਾ ਕੇ ਸਾਡਾ ਗੰਦਾ ਕਰਕੇ ਅਤੇ ਯੂਜ਼ਲੈਸ ਕਰਕੇ ਭੋਜਨ ਨੂੰ ਸਾਡੇ ਕੋਲ ਭੇਜ ਦਿੰਦੇ ਆ। ਜਿਵੇਂ ਚੰਗੇ ਭਲੇ ਤੇਲਾਂ ਨੂੰ ਦਾ ਪਹਿਲਾਂ ਡਾਲਡਾ ਘਿਓ ਬਣਾਤਾ, ਫਿਰ ਰਿਫਾਈਨਡ ਤੇਲ ਬਣਾਤੇ, ਉਹ ਦੋਨੋਂ ਬਾਅਦ 'ਚ ਪ੍ਰੂਵ ਹੋ ਗਿਆ ਕਿ ਸਾਰਾ ਗੰਦ ਆ, ਉਹ ਜ਼ਹਿਰ ਨੇ ਨਿਰੇ। ਫਿਰ ਗੁੜ ਸ਼ੱਕਰ ਖਾਣ ਦੀ ਬਜਾਏ ਕਹਿੰਦੇ ਗੁੜ ਸ਼ੱਕਰ ਨਾ ਖਾਓ, ਚੀਨੀ ਖਾਓ, ਉਹ ਪ੍ਰੂਵ ਹੋ ਗਿਆ ਕਿ ਉਹ ਵੀ ਸ਼ੁੱਧ ਜ਼ਹਿਰ ਹੈ। ਫਿਰ ਕਹਿੰਦੇ ਜੀ ਨਮਕ ਅਸੀਂ ਸਿੱਧਾ ਸਮੁੰਦਰ ਦਾ ਨੂਣ ਨਾ ਖਾਓ, ਅਸੀਂ ਤੁਹਾਨੂੰ ਰਿਫਾਈਨ ਕਰਕੇ ਦੇਵਾਂਗੇ ਅਤੇ ਵਿੱਚ ਆਇਓਡੀਨ ਪਾਵਾਂਗੇ। ਉਹ ਵੀ ਆ ਗਿਆ ਵੀ ਉਹਦਾ ਜੋ ਰਿਫਾਈਨ ਕਰਦੇ ਸੱਤਿਆਨਾਸ਼ ਮਾਰ ਕੇ ਸਾਰੇ ਨੂਣ ਦਾ ਵੀ ਸੱਤਿਆਨਾਸ਼ ਮਾਰਤਾ। ਤਾਂ ਜਿਹੜੀ ਇੰਡਸਟਰੀ ਕਰਦੀ ਹੈ ਫੂਡ ਇੰਡਸਟਰੀ, ਉਹ ਆਪਣੀ ਕਿਸਮ ਦਾ ਇੱਕ ਜਿਹੜਾ ਉਹ ਬਹੁਤ ਵੱਡਾ ਧੋਖਾ ਕਿ ਸਾਡੇ ਫੂਡ ਦਾ ਸੱਤਿਆਨਾਸ਼ ਮਾਰਦੇ। ਤਾਂ ਇਸ ਕਿਸਮ ਦੇ ਜਿਹੜੇ ਸਾਰੇ ਵਰਤਾਰੇ ਨੇ। ਉਸ ਤੋਂ ਬਾਅਦ ਦਵਾਈਆਂ ਨੇ। ਹੁਣ ਤੁਸੀਂ ਬਿਮਾਰ ਹੋ ਗਏ, ਤੁਹਾਡੇ ਫਾਈਬਰੋਮਾਈਲਜੀਆ ਹੋ ਗਿਆ ਜਾਂ ਕ੍ਰੋਨਿਕ ਫਟੀਗ ਸਿੰਡਰੋਮ ਹੋ ਗਿਆ, ਉਹਦੇ ਤੋਂ ਤੁਸੀਂ ਦਵਾਈਆਂ ਖਾਣੀਆਂ ਸ਼ੁਰੂ ਕਰਤੀਆਂ, ਪੇਨ ਕਿਲਰ ਖਾਣੇ ਸ਼ੁਰੂ ਕਰਤੇ, ਕੋਈ ਮਸਲ ਰਿਲੈਕਸੈਂਟ ਖਾਣੇ ਸ਼ੁਰੂ ਕਰਤੇ। ਉਹ ਦਵਾਈਆਂ ਹੋਰ ਸੱਤਿਆਨਾਸ਼ ਮਾਰਦੀਆਂ ਨੇ। ਉਹ ਨਵੀਂ ਕਿਸਮ ਦਾ ਜ਼ਹਿਰ ਹੈ। ਤੁਹਾਨੂੰ ਰਿਲੀਫ ਤਾਂ ਦੇ ਦੇਣਗੇ ਇੱਕ ਵਾਰੀ, ਲੇਕਿਨ ਤੁਹਾਨੂੰ ਲੰਬੇ ਸਮੇਂ 'ਚ ਉਹ ਜਿਹੜੀ ਹੈ ਤੁਹਾਡੀ ਬਿਮਾਰੀ ਨੂੰ ਤੁਹਾਡੇ ਅੰਦਰ ਐਨ ਪੂਰਾ ਘਰ ਬਣਾ ਦੇਣਗੀਆਂ ਉਹਦਾ। ਫਿਰ ਇਹਨਾਂ ਤੋਂ ਬਚਣ ਲਈ ਕਈ ਲੋਕ ਨਸ਼ੇ ਕਰਦੇ ਆ। ਕੋਈ ਚਾਹ ਬਾਰ ਪੀ ਜਾਂਦਾ, ਕੋਈ ਬੀੜੀ ਪੀ ਜਾਂਦਾ, ਕੋਈ ਜਰਦਾ ਖਾਈ ਜਾਂਦਾ, ਕੋਈ ਭੁੱਕੀ ਖਾਈ ਜਾਂਦਾ, ਕੋਈ ਅਫੀਮ ਖਾ ਲੈਂਦਾ, ਕੋਈ ਸਿਗਰਟ ਪੀ ਜਾਂਦਾ, ਕੁਛ ਨਾ ਕੁਛ ਕਰੀ ਜਾਂਦੇ ਆ। ਉਹ ਕਾਹਦੇ ਵਾਸਤੇ ਕਰਦੇ ਆ? ਆਪਣੀ ਜਿਹੜੀ ਹੈ ਸਰੀਰਕ ਦਰਦ ਔਰ ਮਾਨਸਿਕ ਦਰਦ ਨੂੰ ਤੋਂ ਥੋੜ੍ਹੀ ਜਿਹੀ ਸਕੂਨ ਪਾਉਣ ਲਈ। ਤਾਂ ਉਹ ਕਿਤੇ ਨਾ ਕਿਤੇ ਵਰਤਾਰਾ ਜਿਹੜਾ ਉਹ ਵੀ ਖਰਾਬ ਕਰਦਾ। ਤਾਂ ਇਹ ਗੱਲ ਅੱਗੇ ਦੀ ਅੱਗੇ ਫਿਰ ਚੇਨ ਰਿਐਕਸ਼ਨ ਬਣ ਜਾਂਦਾ। ਤਾਂ ਉਹ ਆਪਾਂ ਜਿਹੜੀ ਨੈਚੁਰੋਪੈਥੀ ਜਿਹੜੀ ਟਰੀਟਮੈਂਟ ਕਰਦੇ ਹਾਂ, ਇਸ ਚੇਨ ਰਿਐਕਸ਼ਨ ਨੂੰ ਤੋੜਨਾ। ਜਦੋਂ ਚੇਨ ਤੋੜ ਦਾਂਗੇ
ਤਾਂ ਕੁਦਰਤ ਦੇ ਸਰੀਰ ਨੇ ਇੱਕ ਸਰੀਰ ਦੇ ਅੰਦਰ ਇੱਕ ਐਸੀ ਸ਼ਕਤੀ ਪਾਈ ਹੋਈ ਹੈ ਕਿ ਫਿਰ ਉਹ ਆਪਣੇ ਆਪ ਨੂੰ ਠੀਕ ਕਰ ਲੈਂਦੀ ਹੈ। ਠੀਕ ਉਹ ਆਪਣੇ ਆਪ ਕਰ ਲੈਂਦੀ ਹੈ। ਤੁਸੀਂ ਇੱਕ ਸਿੱਧੇ ਜਿਹੜਾ ਚੇਨ ਰਿਐਕਸ਼ਨ ਬਣਾਇਆ ਹੋਇਆ ਜਿਹੜਾ ਨੈਗੇਟਿਵ ਐਂਟੀ ਨੇਚਰ ਹੋਣ ਦਾ, ਕੁਦਰਤ ਦੀ ਮੁਖਾਲਫਤ ਦਾ, ਜੇ ਅਸੀਂ ਉਹਨੂੰ ਤੋੜ ਦਈਏ ਤਾਂ ਬਾਕੀ ਕੰਮ ਕੁਦਰਤ ਆਪੇ ਕਰ ਲੈਂਦੀ ਹੈ। ਚਾਹੇ ਉਹ ਖੇਤੀ 'ਚ ਹੈ, ਜੇ ਖੇਤੀ 'ਚ ਅਸੀਂ ਕੁਦਰਤ ਦੀ ਵਿਰੋਧ ਬੰਦ ਕਰ ਦਈਏ, ਖੇਤੀ ਵੀ ਆਪਣੇ ਆਪ ਵਧੀਆ ਹੋਣ ਲੱਗ ਪੈਂਦੀ ਹੈ, ਕੋਈ ਕੈਮੀਕਲ ਦੀ ਲੋੜ ਨਹੀਂ ਹੈ। ਜੇ ਆਪਾਂ ਸਰੀਰ ਦੇ ਅੰਦਰ ਸਰੀਰ ਨੂੰ ਠੀਕ ਕਰ ਲਈਏ ਤਾਂ ਸਰੀਰ 'ਚ ਕੋਈ ਕੈਮੀਕਲ ਪਾਉਣ ਦੀ ਲੋੜ ਨਹੀਂ ਹੈ। ਖੇਤੀ ਦੇ ਅੱਧਾ ਦੇ ਕੈਮੀਕਲ ਅਤੇ ਸਰੀਰ ਦੇ ਕੈਮੀਕਲ 'ਚ ਬਹੁਤ ਵੱਡਾ ਸਿਮਿਲੈਰਿਟੀ ਹੈ। ਉਹਦੇ ਅੰਦਰ ਇੱਕੋ ਜਿਹਾ ਕਿ ਖੇਤੀ 'ਚ ਤੁਸੀਂ ਕੁਦਰਤ ਦਾ ਵਿਰੋਧ ਬੰਦ ਕਰ ਦਿਓ ਤਾਂ ਖੇਤੀ 'ਚ ਕੈਮੀਕਲ ਪਾਉਣ ਦੀ ਲੋੜ ਨਹੀਂ ਹੈ। ਬਿਨਾਂ ਕੈਮੀਕਲ ਦੇ ਖੇਤੀ ਬਹੁਤ ਵਧੀਆ ਹੋ ਜਾਂਦੀ ਹੈ। ਅਤੇ ਸਰੀਰ 'ਚ ਤੁਸੀਂ ਦਵਾਈਆਂ ਖਾਣੀਆਂ ਬੰਦ ਕਰ ਦਿਓ ਅਤੇ ਸਰੀਰ ਨੂੰ ਵੈਸੇ ਤੰਦਰੁਸਤ ਕਰ ਲਓ, ਕੁਦਰਤ ਦਾ ਵਿਰੋਧ ਬੰਦ ਕਰ ਦਿਓ, ਕੁਦਰਤ ਦੇ ਨਿਯਮਾਂ ਦੇ ਹਿਸਾਬ ਨਾਲ ਚੱਲੋ ਤਾਂ ਕੁਦਰਤ 'ਚ ਕਿਸੇ ਸਰੀਰ 'ਚ ਕੋਈ ਕੈਮੀਕਲ ਪਾਉਣ ਦੀ ਲੋੜ ਨਹੀਂ ਹੈ। ਤਾਂ ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਆਪਾਂ ਜਿਹੜਾ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਗੱਲ ਕਰਾਂਗੇ ਕਿ ਅਲੱਗ-ਅਲੱਗ ਬਿਮਾਰੀਆਂ ਦੇ ਵਿੱਚ ਆਪਾਂ ਕਿਹੜੀ ਜੋੜਾਂ ਦੀ ਬਿਮਾਰੀ ਹੁੰਦੀ ਹੈ, ਉਹ 'ਚ ਕਿਹੜੇ ਕੀ ਸਾਨੂੰ ਰੱਖਣਾ ਚਾਹੀਦਾ, ਕਿ ਕਿੰਨੇ ਕੁ ਨੈਚੁਰੋਪੈਥੀ ਦੇ ਇਲਾਜ ਨਾਲ ਉਹ ਬਿਮਾਰੀ ਠੀਕ ਹੁੰਦੀ ਹੈ, ਕੀ ਗੋਡੇ ਬਦਲਾਉਣ ਦੀ ਵਾਕਈ ਲੋੜ ਹੈ ਸਾਨੂੰ, ਕੀ ਕੁੱਲੇ ਬਦਲਾਉਣ ਦੀ ਵਾਕਈ ਲੋੜ ਹੈ, ਕੀ ਸਾਨੂੰ ਪਿੱਠ ਦਰਦ ਵਾਸਤੇ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਕਰਾਉਣਾ ਚਾਹੀਦਾ ਜਾਂ ਨਹੀਂ ਕਰਾਉਣਾ ਚਾਹੀਦਾ। ਅਤੇ ਇਹ ਸਾਰੇ ਜਿਹੜੇ ਮਸਲੇ ਨੇ ਇਹਨਾਂ ਦੇ ਆਪਾਂ ਇਕੱਲੀ ਬਿਮਾਰੀ ਲੈ ਕੇ ਗੱਲ ਕਰਾਂਗੇ ਤਾਂ ਕਿ ਜਿਹੜੇ ਲੋਕ ਨੇ ਬੇਲੋੜੇ ਟੈਸਟਾਂ, ਬੇਲੋੜੇ ਇਲਾਜਾਂ ਔਰ ਜਿਹੜੀ ਆਰਥਿਕ ਲੁੱਟ ਹੋ ਰਹੀ ਹੈ ਇਹਨਾਂ ਇਲਾਜਾਂ ਦੇ ਨਾਂ 'ਤੇ, ਉਹ ਤੋਂ ਬਚ ਸਕਣ ਅਤੇ ਆਪਣੇ ਡਾਕਟਰ ਆਪ ਬਣ ਸਕਣ। ਬਹੁਤ ਧੰਨਵਾਦ ਡਾਕਟਰ ਸਾਹਿਬ। ਤੁਸੀਂ ਜੀ ਤਾਂ ਨਹੀਂ ਕਰ ਰਿਹਾ ਕਿ ਤੁਹਾਡੇ ਵੀਡੀਓ ਨੂੰ ਇੱਥੇ ਹੀ ਆਪਾਂ ਰੋਕ ਦਈਏ, ਪਰ ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ ਅਤੇ ਇਸ ਵਾਅਦੇ ਨਾਲ ਕਿ ਇਸ ਵੀਡੀਓ ਨੂੰ ਅਸੀਂ ਅੱਗੇ ਕੰਟੀਨਿਊ ਰੱਖਾਂਗੇ ਅਤੇ ਇਸ ਵੀਡੀਓ ਨੂੰ ਦੇ ਵਿੱਚ ਜਿਹੜੇ ਅਗਲੇ ਤੱਥ ਨੇ ਉਹ ਇਹਨਾਂ ਜਿਹੜੇ ਜੋੜਾਂ ਦੇ ਦਰਦਾਂ ਦਾ ਜਿਹੜਾ ਉਹ ਜਿਹੜੇ ਲੱਛਣ ਤਾਂ ਆਪਣੇ ਸਮਝ ਆ ਗਏ ਅਗਲੀ ਵਾਰੀ ਕਿ ਹੁਣ ਆਪਾਂ ਇਲਾਜ, ਘਰੇਲੂ ਇਲਾਜ, ਨੈਚੁਰੋਪੈਥੀ ਦੇ ਇਲਾਜ ਅਤੇ ਹੋਰ ਬਹੁਤ ਸਾਰੇ ਜਿਸ ਤਰੀਕੇ ਦੇ ਨਾਲ ਆਪਾਂ ਉਹਨੂੰ ਠੀਕ ਕਰ ਸਕਦੇ ਹਾਂ, ਕਿੰਨੀ ਦੇਰ 'ਚ ਠੀਕ ਕਰ ਸਕਦੇ ਹਾਂ, ਉਹਦੇ ਕੀ ਜਿਹੜੇ ਉਹਨੂੰ ਕਿਹੜੀ ਖੁਰਾਕ ਜਿਹੜੀ ਅਸੀਂ ਬੋਡੀ ਨੂੰ ਦਈਏ ਤਾਂ ਕਿ ਉਹ ਠੀਕ ਹੋ ਜਾਏ, ਇਹਦੇ ਸਾਰੇ ਵਿਸਥਾਰ ਦੇ ਨਾਲ ਆਪਾਂ ਐਪੀਸੋਡ ਨੰਬਰ 9 'ਚ ਗੱਲ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਆਪਣੇ ਡਾਕਟਰ ਆਪ ਬਣੋ। ਇਸ ਵਾਰ ਐਪੀਸੋਡ ਨੰਬਰ 8 ਦੇ ਵਿੱਚ ਅਸੀਂ ਇਹ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਜੋੜਾਂ ਦੇ ਦਰਦ ਸਾਨੂੰ ਤੰਗ ਕਰਦੇ ਨੇ, ਜੋੜਾਂ ਦੇ ਦਰਦ ਕਿਹੜੇ ਰੂਪ ਦੇ ਵਿੱਚ ਸਰੀਰ ਦੇ ਵਿੱਚ ਆਉਂਦੇ ਨੇ, ਜੋੜ, ਪੱਠੇ, ਹੱਡੀਆਂ, ਇਹ ਸਾਰਾ ਬੋਡੀ ਦੇ ਅੰਦਰ ਕੀ ਜਿਹੜਾ ਫੰਕਸ਼ਨ ਕਿਸ ਤਰ੍ਹਾਂ ਦਾ ਹੁੰਦਾ, ਇਹਨਾਂ ਦਾ ਇਹਦੀ ਕਿਰਿਆ ਕਿਸ ਤਰ੍ਹਾਂ ਦੀ ਹੁੰਦੀ ਹੈ, ਅਤੇ ਜੋੜ ਜਦੋਂ ਦਰਦ ਕਰਦੇ ਨੇ ਤਾਂ ਫਿਰ ਬੋਡੀ ਦੇ ਅੰਦਰ ਜਿਹੜੇ ਕਿਸ ਤਰ੍ਹਾਂ ਦੇ ਜਿਹੜੇ ਉਹ ਰਿਐਕਸ਼ਨਸ ਆਉਂਦੇ ਨੇ, ਕਦੋਂ ਬੰਦੇ ਦੇ ਜੋੜ ਦਰਦ ਕਰਨ ਲੱਗ ਪੈਂਦੇ ਨੇ, ਜੋੜਾਂ ਦੇ ਦਰਦ ਜਦੋਂ ਹੁੰਦੇ ਨੇ ਤਾਂ ਉਹ ਮਤਲਬ ਇਨਸਾਨ ਦੀ ਉਸ ਟਾਈਮ ਕੰਡੀਸ਼ਨ ਕਿਸ ਤਰ੍ਹਾਂ ਦੀ ਹੁੰਦੀ ਹੈ, ਜੋੜਾਂ ਦੇ ਦਰਦਾਂ ਦੇ ਰੂਪ ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਇਹ ਸਾਰੀ ਜਾਣਕਾਰੀ ਅੱਜ ਤੁਹਾਨੂੰ ਵਿਸਥਾਰ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ। ਅਗਲੀ ਵਾਰ ਫਿਰ ਇੱਕ ਇਸੇ ਨੂੰ ਅੱਗੇ ਵਧਾਵਾਂਗੇ, ਇਸੇ ਨੂੰ ਅੱਗੇ ਵਧਾਉਂਦੇ ਹੋਏ ਇਹਨਾਂ ਦੇ ਅੱਗੇ ਇਲਾਜ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਅਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਦਿੱਤੀ ਜਾਣਕਾਰੀ ਉਹ ਤੁਹਾਡੇ ਸਾਹਮਣੇ ਕਲੀਅਰ ਹੋਏਗੀ ਅਤੇ ਇਹਦੇ ਪਿੱਛੇ ਦੇ ਤੁਸੀਂ ਆਪਣੇ ਜਿਹੜੇ ਲੋਕ ਇਸ ਨੂੰ ਸੁਣ ਰਹੇ ਨੇ, ਜਿਨ੍ਹਾਂ ਦੇ ਜੋੜਾਂ ਦੇ ਦਰਦਾਂ 'ਤੇ ਜਾਂ ਜਿਨ੍ਹਾਂ ਦੇ ਵਿੱਚ ਕੋਈ ਸਮੱਸਿਆ ਹੈਗੀ ਹੈ, ਉਹ ਆਪਣੇ ਆਪ ਨੂੰ ਐਨਾਲਾਈਜ਼ ਕਰਕੇ ਜ਼ਰੂਰ ਦੇਖਣਗੇ ਕਿ ਕਿਤੇ ਜੋ ਅੱਜ ਡਾਕਟਰ ਅਮਰ ਸਿੰਘ ਆਜ਼ਾਦ ਨੇ ਦੱਸਿਆ ਹੈਗਾ ਕਿ ਉਹ ਸਾਡੇ ਉੱਤੇ ਵੀ ਲਾਗੂ ਹੁੰਦੀਆਂ ਨੇ, ਅਤੇ ਜੇਕਰ ਲਾਗੂ ਹੁੰਦੀਆਂ ਨੇ ਤਾਂ ਫਿਰ ਤਿਆਰ ਰਹੋ, ਅਗਲੀ ਵਾਰ ਤੁਹਾਨੂੰ ਇਸ ਚੀਜ਼ ਦਾ ਅਸੀਂ ਇਲਾਜ ਦੱਸਾਂਗੇ ਵੀ ਕਿਸ ਤਰੀਕੇ ਦੇ ਨਾਲ ਇਹਨੂੰ ਘਰ ਬੈਠੇ ਤੁਸੀਂ ਠੀਕ ਕਰ ਸਕਦੇ ਹੋ। ਸੋ ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਅਤੇ ਸ਼ੇਅਰ ਕਰਨ ਦੇ ਨਾਲ ਕੀ ਪਤਾ ਕੋਈ ਇੱਕ ਬੰਦਾ ਵੀ ਜੇਕਰ ਘਰ ਬੈਠਾ ਇਸ ਜਾਣਕਾਰੀ ਨੂੰ ਹਾਸਲ ਕਰਦਾ ਹੈ ਅਤੇ ਇਸ ਜਾਣਕਾਰੀ ਦੇ ਰਾਹੀਂ ਜਿਹੜਾ ਅੱਗੇ ਆਪਣਾ ਫਾਇਦਾ ਲੈਂਦਾ, ਅਤੇ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।